ਤੁਹਾਡਾ ਸਾਰਿਆਂ ਦਾ ਪਹਿਲਾਂ ਤਾਂ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਧੰਨਵਾਦੀ ਹਾਂ ਕਿ ਤੁਸੀਂ ਅੱਜ ਆਪਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਐਂਡ ਧੰਨਵਾਦੀ ਇਸ ਕਰਕੇ ਵੀ ਹੈ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤੁਸੀਂ ਆਪਦਾ ਬਹੁਤ ਵੱਡਾ ਯੋਗਦਾਨ ਸਾਡੇ ਮਹਿਕਮੇ ਦੀਆਂ ਜਿਹੜੀਆਂ ਕੰਮ ਸੀ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਇਆ। ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹਾਂ। ਨਾਲ ਹੀ ਨਾਲ ਮੈਂ ਅੱਜ ਮੈਨੂੰ 22ਵਾਂ ਦਿਨ ਹੈ ਮਿਨਿਸਟਰ ਬਣਿਆ, ਸੋ ਮੈਂ ਮਹਿਸੂਸ ਕਰਦਾ ਹਾਂ ਕਿ ਮੇਰਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਚੁਣ ਕੇ ਇੱਥੋਂ ਤੱਕ ਭੇਜਿਆ ਔਰ ਟਰਾਂਸਪੋਰਟ ਮੰਤਰੀ ਬਣਾਇਆ, ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਨੂੰ ਆਪਦਾ ਰਿਪੋਰਟ ਕਾਰਡ ਪੇਸ਼ ਕਰੀਏ। ਸੋ ਮੈਂ ਆਪਦੇ ਫਰਜ਼ਾਂ ਦੀ ਪੂਰਤੀ ਕਰਦਾ ਹੋਇਆ 21 ਦਿਨਾਂ ਦਾ, ਕਿਉਂਕਿ ਅੱਜ 22ਵਾਂ ਦਿਨ ਹੈ, 21 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰ ਰਿਹਾ ਜਦੋਂ ਤੋਂ ਮੈਨੂੰ ਇਹ ਵਿਭਾਗ ਦੀ ਜ਼ਿੰਮੇਵਾਰੀ ਮਿਲੀ ਹੈ ਕਿ ਅਸੀਂ ਇਹਦੇ ਵਿੱਚ ਕੀ ਪ੍ਰਾਪਤੀਆਂ ਕੀਤੀਆਂ 21 ਦਿਨਾਂ ਦੇ ਅੰਦਰ, ਕੀ ਸਾਡੀ ਕਾਰਗੁਜ਼ਾਰੀ ਰਹੀ, ਕੀ ਸਾਡੇ ਕੰਮ ਰਹੇ, ਉਹਦਾ ਰਿਪੋਰਟ ਕਾਰਡ ਤੁਹਾਨੂੰ ਅੱਜ ਪੇਸ਼ ਕਰਨ ਜਾ ਰਿਹਾ। ਪਰ ਮੈਂ ਆਪਦੀਆਂ ਰਿਪੋਰਟ ਕਾਰਡ ਪੇਸ਼ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਇਹਦੇ ਇਤਿਹਾਸ ਬਾਰੇ ਚਾਨਣਾ ਪਾਉਣਾ ਚਾਹੁੰਦਾ ਕਿ ਸ਼ਾਇਦ ਮੈਨੂੰ ਰਿਪੋਰਟ ਕਾਰਡ ਪੇਸ਼ ਕਰਨ ਦੀ ਜਾਂ ਕੰਮ ਕਰਨ ਦੀ ਅੱਜ ਜ਼ਰੂਰਤ ਨਾ ਹੁੰਦੀ। ਸੋ ਇਸ ਕਰਕੇ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਵਾਂਗਾ। ਅੱਜ ਤੋਂ 15-20 ਵਰੇ ਪਹਿਲਾਂ, ਅੱਜ ਮੇਰੀ ਉਮਰ 42 ਸਾਲ ਦੀ ਹੈ, ਤੇ ਜਦੋਂ 20 ਵਰੇ ਪਹਿਲਾਂ ਲੋਕ ਸਿਆਸੀ ਲੋਕਾਂ ਬਾਰੇ ਗੱਲ ਕਰਦੇ ਸੀ ਜਾਂ ਸਿਆਸੀ ਸਮੀਕਰਨ ਬਾਰੇ ਗੱਲ ਕਰਦੇ ਸੀ, ਉਦੋਂ ਮੇਰੇ ਤੇ ਤੁਹਾਡੇ ਕੰਨਾਂ ਦੇ ਵਿੱਚ ਕਦੇ ਗੂੰਜ ਸੁਣਾਈ ਨਹੀਂ ਦਿੱਤੀ ਜਾਂ ਆਵਾਜ਼ ਸੁਣਾਈ ਨਹੀਂ ਦਿੱਤੀ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਮਾਫੀਆ ਨਾਮ ਦਾ ਜਿਹੜਾ ਸ਼ਬਦ ਸੀਗਾ ਉਹ ਪੰਜਾਬ ਦੇ ਲੋਕਾਂ ਨੂੰ ਕਦੇ ਸੁਣਨ ਨੂੰ ਨਹੀਂ ਮਿਲਿਆ ਸੀ। ਅੱਜ ਤੋਂ 15-20 ਵਰੇ ਪਹਿਲਾਂ ਇਹ ਤਾਂ ਹੁੰਦਾ ਸੀ ਕਿ ਛੋਟੇ-ਮੋਟੇ ਇਲਜ਼ਾਮਾਤ ਲੱਗਦੇ ਰਹੇ ਲੇਕਿਨ ਸਰਕਾਰਾਂ ਤੇ, ਲੇਕਿਨ ਮਾਫੀਆ ਬਾਰੇ ਕਦੇ ਕਿਸੇ ਨੇ ਟਿੱਪਣੀ ਜਾਂ ਗੱਲ ਨਹੀਂ ਕੀਤੀ ਸੀ। ਔਰ ਪਿਛਲੇ 15-20 ਸਾਲਾਂ ਦੇ ਵਿੱਚ ਇੱਕ ਮਾਫੀਆ ਦਾ ਜਨਮ ਹੋਇਆ, ਕਈ ਪ੍ਰਕਾਰ ਦੇ ਮਾਫੀਆ ਪੈਦਾ ਹੋ ਗਏ, ਕਈ ਪ੍ਰਕਾਰ ਦੇ ਮਾਫੀਆ ਨੇ ਜਨਮ ਲੈ ਲਿਆ। ਰੇਤ ਮਾਫੀਆ, ਕੇਬਲ ਮਾਫੀਆ, ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ ਜਿਹਦੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਔਰ ਜਿਹੜਾ ਸਿੱਧਾ ਜੇ ਟਰਾਂਸਪੋਰਟ ਮਾਫੀਆ ਦੀ ਗੱਲ ਕਰੀਏ, ਵੈਸੇ ਤਾਂ तमाम ਮਾਫੀਆ ਦਾ ਇਹ ਜਨਮ ਜਿਹੜਾ ਸੀ, ਇਹਦੇ ਜਿਹੜੇ ਬਾਨੀ ਸੀ, ਇਹਦੇ ਜਨਮ ਦਾਤਾ ਸਨ, ਉਹ ਜੀਜਾ ਸਾਲਾ ਸਨ, ਯਾਨੀ ਕਿ ਮੇਰੇ ਕਹਿਣ ਤੋਂ ਭਾਵ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ। ਸਰਕਾਰ ਪਹਿਲਾਂ ਵੀ, ਤੁਸੀਂ ਇਹ ਸਮਝੋਗੇ ਕਿ ਸ਼ਾਇਦ ਮੈਂ ਵਿਰੋਧੀ ਹੋਣ ਦੇ ਨਾਤੇ ਕਿਸੇ ਤੇ ਦੋਸ਼ ਲਾ ਰਿਹਾ, ਸਰਕਾਰ ਪਹਿਲਾਂ ਵੀ ਅਕਾਲੀ ਦਲ ਦੀ ਬਣਦੀ ਰਹੀ, ਲੇਕਿਨ ਉਹਦੇ ਚ ਮਾਫੀਆ ਨਹੀਂ ਪੈਦਾ ਹੋਏ ਅੱਜ ਤੋਂ 20 ਸਾਲ ਪਹਿਲਾਂ। ਪਰ ਜਦੋਂ ਤੋਂ ਜੀਜਾ ਸਾਲੇ ਨੇ ਵਾਗਡੋਰ ਸੰਭਾਲੀ, ਉਦੋਂ ਤੋਂ ਫਿਰ ਇਹ ਮਾਫੀਆ ਨੇ ਜਨਮ ਲੈ ਲਿਆ। ਤੇ ਜਦੋਂ ਮੈਂ ਟਰਾਂਸਪੋਰਟ ਦੀ ਗੱਲ ਕਰਾਂ ਤਾਂ ਸਿੱਧਾ, ਬਾਕੀ ਤਾਂ ਸਾਰੇ ਮਾਫੀਆ ਸਿੱਧੇ ਜਾਂ ਅਸਿੱਧੇ ਤੌਰ ਤੇ, ਆਈਦਰ ਇਫ ਆਈ ਟਾਕ ਅਬਾਊਟ ਡਰੱਗਸ, ਇਫ ਆਈ ਟਾਕ ਅਬਾਊਟ ਰੇਤਾ, ਉਹ ਸਾਰੇ ਕੇਬਲ, ਉਹ ਸਾਰੇ ਇਹਨਾਂ ਨਾਲ ਜੁੜੇ ਹੋਏ, ਇਹਨਾਂ ਨਾਲ ਜਾਂ ਇਹਨਾਂ ਬੰਦਿਆਂ ਨਾਲ। ਲੇਕਿਨ ਟਰਾਂਸਪੋਰਟ ਮਾਫੀਆ ਦਾ ਤਾਂ ਕਿੰਗ ਪਿਨ ਹੀ ਮੈਂ ਸਮਝਦਾ ਕਿ ਬਾਦਲ ਪਰਿਵਾਰ ਰਿਹਾ। ਉਹਨਾਂ ਦਾ ਨਾਂ ਹੈ, ਉਹਨਾਂ ਦੀਆਂ ਟਰਾਂਸਪੋਰਟਸ ਹੈ, ਉਹਨਾਂ ਦੀਆਂ ਕੰਪਨੀਆਂ ਹੈ। ਅੱਜ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਨਾ ਕੇਵਲ ਇੱਕ ਕੰਪਨੀ ਨਹੀਂ ਹੈ, ਲੋਕਾਂ ਨੂੰ ਪਤਾ ਹੈ ਕਿ ਇੱਕ ਆਰਬਿਟ ਕੰਪਨੀ ਹੈ, ਲੋਕਾਂ ਨੂੰ ਪਤਾ ਹੈ ਕਿ ਇੱਕ ਡੱਬ ਵਾਲੀ ਟਰਾਂਸਪੋਰਟ ਹੈ, ਲੇਕਿਨ ਲੋਕਾਂ ਨੂੰ ਹੋਰ ਕੰਪਨੀਆਂ ਦੇ ਬਾਰੇ ਜਾਣਕਾਰੀ ਨਹੀਂ। ਇੱਕ ਤਾਜ ਟਰਾਂਸਪੋਰਟ ਹੈ, ਇੱਕ ਸਵਾਗਤਮ ਟਰਾਂਸਪੋਰਟ ਹੈ, ਸਵਾਗਤਮ ਕਿਸੇ ਨੂੰ ਨਹੀਂ ਪਤਾ। ਇੱਕ ਰਾਜਧਾਨੀ ਟਰਾਂਸਪੋਰਟ ਹੈ, ਇੱਕ ਜ਼ਿੰਗ ਕੋਈ ਟਰਾਂਸਪੋਰਟ ਹੈ,
सो इस एक इंडो कनेडियन ट्रांसपोर्ट है। सो वख-वख नामां ते मेरे उन्हां सज्जणा ने जिन्हां नूं पंजाब नूं जिन्हां ने लुटिया ये माफिया चलाया। पर इत्थे मैं ना केवल ये गल करांगा, मैं अपनी सरकार जिहड़ी कैप्टन अमरिंदर सिंह दी सरकार सी 4.5 साल, मैनूं 4.5 साल दी जिहड़ी कारगुजारी दे संबंध विच भी मैं पश्चाताप करना चाहुंदा। अज मैं भेजिया सी उन्हां तों माफ़ी मंगना चाहुंदा। मैनूं पश्चाताप है कि असीं 4.5 साल जो लोगों नाल वादे कीते सन असीं सरकार बन तो पहला, वो कई वादे कई चीज़ां असीं पूरियां नहीं कर सके। अज कल परसों मैनूं कोई प्रेस वाले सवाल कर रहे सन कि कैप्टन अमरिंदर सिंह ये महसूस कर रहे हैं कि उन्होंने बेइज्जत करके लाया गया। ये बिल्कुल गलत गल है। वो कहते कि कैप्टन अमरिंदर सिंह ने 84 की गल की, उन्होंने अस्तीफा दिता, उन्होंने पानियां की गल की, बिल्कुल ठीक है की। और अगर पानियां की गल की, 84 की गल की, तो पंजाब के लोगों ने तो कांग्रेस पार्टी ने उन्होंने मुख्यमंत्री बनाया। और 9.5 साल इतिहास के विच पंजाब का मुख्यमंत्री होर कोई नहीं रहा कांग्रेस पार्टी दे विच, केवल कैप्टन अमरिंदर सिंह रहे। लेकिन इस बारी जिहड़ा मैंडेट मिलिया सीगा, ये तमाम जिहड़े वादे माफिया खत्म करने के वादे ये कैप्टन अमरिंदर सिंह ने कीते सी, जिहदे विच असीं भी MLA सां। ये उन्होंने कीते सी। सो मैं समझदा कि वो जिहड़ा गुप्त समझौता सीगा, मैं इत्थे गल कहांगा कि कैप्टन अमरिंदर सिंह पंजाब दे CM ना होण, वो एक कॉम्प्रोमाइज चीफ मिनिस्टर बन गए। कॉम्प्रोमाइज चीफ मिनिस्टर कि उन्होंने तमाम उन्होंने लोगों नाल कॉम्प्रोमाइज कर लिया जिन्होंने ये माफिया जिन्हों के राज च आया। बीजेपी अकाली दल का अलायंस, उन्होंने राज दे विच माफिया पैदा होया ते साडे चीफ मिनिस्टर साहब ने उन्होंने नाल कॉम्प्रोमाइज कर लिया। सिस्टम नूं अपाहज बना दिता गया, सिस्टम नूं अपाहज बना दिता गया। इस जिहड़ियां सारियां अज प्राप्तियां तुहानूं गिणावांगा ट्रांसपोर्ट महकमे दियां, ये 4 साल 4.5 साल पहला भी हो सकदियां सन। इसे करके मैं अमरिंदर सिंह नूं कॉम्प्रोमाइज चीफ मिनिस्टर का नाम दिता है। जिवें कि कई बारी वो कहते बस दे विच लिखिया हुंदा है, बस दे विच कि सावधानी हटी ते दुर्घटना घटी। तो वो सर्कस वेख्या होना तुसीं, आम असीं छोटे हुंदे वेखदे सी, एक रस्सी ते चलदा है बंदा तो बैलेंस बना के रखता है, ਉਹਦੇ हथ च सोटी हुंदी है तो बैलेंस बना के चल रहा हुंदा, ते जदों बैलेंस विगड़िया वो बंदा थले। सो ये बैलेंस उन्होंने विगाड़िया। जिहड़ा उतरान वाला काम है, पंजाब की जनता ये नहीं चाहती सी। पंजाब की जनता ये चाहती सी कि हुण कैप्टन अमरिंदर सिंह कॉम्प्रोमाइज चीफ मिनिस्टर बन चुके हैं, इन्हों जाना चाहिए है। ये किसी कांग्रेस ने या किसी होर व्यक्ति ने नहीं किया। और अज जिहड़ा गल्लां चल रही हैं पार्टी बनाउण दियां, जां ही इज़ टॉकिंग अबाउट कि असीं बीजेपी नाल अलायंस करांगे जां फलां, ये सारा वो कॉम्प्रोमाइज का हिस्सा है, उस कॉम्प्रोमाइज का हिस्सा है। सो ये सारे वादे उदों होए, लेकिन चलो ये नाल मैं हुण आपदे कामाकारां दी गल करां। मैं तुहानूं ये दसना चाहुंदा है कि 21 दिनां च असीं टैक्स डिफॉल्टर अते गैर कानूनी परमिट विरुद्ध कार्रवाई की ते टैक्स का भुगतान ना करन, गैर कानूनी परमिट अते अधूरे होर कई कारणों के करके असीं 258 बसां 258 बसेस नूं जब्त कर लिया गया ते कई होरां दे चलान किए गए जिहड़ियां कि इंपाउंड कीतियां गईयां। पर वड्डी गल ये हुई कि विरोधी पार्टी के किसी भी आगू ने यह दावा नहीं किया कि यह गलत होया। उन्होंने ये मन्निया कि ये गलतियां सन
ਅਸੀਂ ਟੈਕਸ ਪੇ ਨਹੀਂ ਕੀਤਾ, ਇਸ ਕਰਕੇ ਸਾਡੀਆਂ ਬੱਸਾਂ ਇੰਪਾਊਂਡ ਕੀਤੀਆਂ ਗਈਆਂ ਹਨ। ਔਰ ਇਹਦੇ ਨਾਲ ਸਰਕਾਰੀ ਖਜ਼ਾਨੇ ਵਿੱਚ 3.29 ਕਰੋੜ ਰੁਪਏ ਦਾ ਸਾਨੂੰ ਜਿਹੜਾ ਕਿ ਟੈਕਸ ਕਲੈਕਸ਼ਨ ਹੋਈ ਹੈ ਹੁਣ ਤੱਕ 3 ਕਰੋੜ 29 ਲੱਖ ਟੈਕਸ ਜਮ੍ਹਾਂ ਹੋ ਚੁੱਕਾ, ਜਿਸ ਵਿੱਚ ਜ਼ਿਆਦਾ ਟੈਕਸ ਵੱਡੀਆਂ ਕੰਪਨੀਆਂ ਨੇ ਜਿਹੜਾ ਕਿ 25% ਜਿਹੜਾ ਸਾਨੂੰ ਦਿੱਤਾ। ਔਰ ਇਹ ਵੀ ਦੱਸਾਂਗਾ ਕਿ ਟੈਕਸ ਇਹਨਾਂ ਨੂੰ ਅਸੀਂ 1 ਸਾਲ ਦਾ ਟੈਕਸ, ਜਿੱਥੇ ਕਈ ਲੋਕ ਕਰੋਨਾ ਕਾਲ ਦੀ ਗੱਲ ਕਰਦੇ, ਅਸੀਂ ਇਹਨਾਂ ਨੂੰ 1 ਸਾਲ ਦਾ ਟੈਕਸ ਪਹਿਲਾਂ ਸਾਡੇ ਕੁਝ ਸਾਥੀਆਂ ਨੇ ਉਹ ਟੈਕਸ ਦੇ ਵਿੱਚ ਰਾਹਤ ਦਿੱਤੀ ਪੂਰੇ ਸਾਲ ਦਾ, ਮਗਰ ਕਿ 2020 ਦਾ ਮੁਕੰਮਲ ਟੈਕਸ ਇਟਸ ਅਪਰੋਕਸੀਮੇਟਲੀ ਅਬਾਊਟ 95 ਕਰੋੜ ਜਿਹੜਾ ਕਿ ਇਹਨਾਂ ਵੱਡੇ ਲੋਕਾਂ ਨੂੰ ਰਾਹਤ ਮਿਲ ਚੁੱਕੀ ਹੈ। ਇਹ ਮੇਰੇ ਆਉਣ ਤੋਂ ਪਹਿਲਾਂ ਮਿਲੀ ਹੈ। ਨਾਓ ਦੇ ਆਰ ਆਸਕਿੰਗ ਫॉर द ਨਿਊ ਰਾਹਤ ਨਵੀਂ ਇਸ ਸਾਲ ਵੀ, ਲੇਕਿਨ ਉਹਦੀ ਹਜੇ ਤਜਵੀਜ਼ ਬਣ ਰਹੀ ਹੈ, ਅਗਰ ਬਣੇਗੀ ਤਾਂ ਤੁਹਾਨੂੰ ਦੱਸਾਂਗੇ। ਸੋ ਸਭ ਤੋਂ ਵੱਡੀ ਤੇ ਅਹਿਮ ਗੱਲ 15 ਸਤੰਬਰ ਤੋਂ 30 ਸਤੰਬਰ ਤੱਕ ਸਾਡੇ ਕੋਲੇ ਪੀਆਰਟੀਸੀ ਔਰ ਪਨਬਸ ਦੀ ਜਿਹੜੀ ਬੁਕਿੰਗ ਸੀਗੀ 15 ਤੋਂ 30 ਯਾਨੀ ਕਿ 15 ਦਿਨ ਦੀ ਬੁਕਿੰਗ, ਆਮ ਟਾਕਿੰਗ ਅਬਾਊਟ 15 ਡੇਜ਼, ਉਹ 46.28 ਸੀਗੀ, ਯਾਨੀ ਕਿ 46 ਕਰੋੜ 28 ਲੱਖ 15 ਦਿਨਾਂ ਦੀ ਪੀਆਰਟੀਸੀ ਪਨਬਸ ਦੋਨਾਂ ਦੀ ਪਰ ਡੇ। ਕਲੈਕਸ਼ਨ ਤੇ 1 ਅਕਤੂਬਰ ਤੋਂ ਬਾਅਦ 15 ਅਕਤੂਬਰ ਤੱਕ 54 ਕਰੋੜ 26 ਲੱਖ ਡੇਲੀ ਦੀ ਜਿਹੜੀ ਬੁਕਿੰਗ ਹੈ 15 ਦਿਨਾਂ ਦੀ ਬੁਕਿੰਗ। ਇਹਦੇ ਵਿੱਚ ਅਗਰ ਆਮਦਨ ਚ ਵਾਧਾ ਗੱਲ ਕਰੀਏ, ਹਾਂ 15 ਦਿਨ ਪਹਿਲਾਂ 15 ਦਿਨਾਂ ਦੀ ਦੋਵਾਂ ਸਾਡੀ ਕੰਪਨੀਆਂ ਦੀ ਬੁਕਿੰਗ ਸੀਗੀ 46.28। ਹੁਣ ਅਗਰ 1 ਅਕਤੂਬਰ ਤੋਂ 15 ਅਕਤੂਬਰ ਦੀ ਗੱਲ ਕਰੀਏ, ਜਦੋਂ ਮੈਂ ਸੰਭਾਲਿਆ ਕੰਮ ਤਾਂ 54.26, ਯਾਨੀ ਕਿ ਆਮਦਨ ਵਿੱਚ ਵਾਧਾ 7 ਕਰੋੜ 98 ਹਾਂਜੀ ਦਾ ਹੋਇਆ। ਤੇ ਵਾਧੇ ਦੀ ਦਰ ਦੀ ਜੇ ਗੱਲ ਕਰੀਏ, ਇੰਨੀ ਤਾਂ ਗਰੋਥ ਕਿਸੇ ਦੀ ਹੋਈ ਨਹੀਂ ਹੋਣੀ, 17.24% ਜਿਹੜਾ ਕਿ ਵਾਧਾ ਹੋਇਆ। ਰੋਜ਼ਾਨਾ ਆਮਦਨ ਵਿੱਚ 53 ਲੱਖ, ਮੈਂ ਕਰੈਕਟ ਕਰਨਾ ਚਾਹਣਾ, ਜਿਹੜਾ ਕੱਲ ਪਰਸੋਂ 45 ਲੱਖ ਲਿਖਿਆ ਸੀ, that is not a correct figure। 53 ਲੱਖ ਰੁਪਏ ਦਾ ਡੇਲੀ ਬੁਕਿੰਗ ਦੇ ਵਿੱਚ ਸਾਡੀਆਂ ਦੋਨਾਂ ਕੰਪਨੀਆਂ ਦੇ ਵਾਧਾ ਕੀਤਾ। ਔਰ ਅਗਰ ਇਹਨੂੰ 15 ਸਾਲ ਮਗਰ ਲੈ ਲਿਆ ਜਾਵੇ, ਅਗਰ 15 ਸਾਲ ਮਗਰ ਕਰੀਏ ਕਿ ਅਗਰ 53 ਲੱਖ ਡੇਲੀ ਬੁਕਿੰਗ ਦੇ ਵਿੱਚ ਅਗਰ 50 ਲੱਖ ਲਾਈਏ ਕਿ ਡੇਲੀ ਬੁਕਿੰਗ ਦੇ ਵਿੱਚ 50 ਲੱਖ ਰੁਪਏ ਦਾ ਵਾਧਾ ਹੋ ਗਿਆ 15 ਦਿਨਾਂ 'ਚ, ਤੇ ਅਗਰ 15 ਸਾਲ ਯਾਨੀ ਕਿ 365 ਗੁਣਾ 15 ਸਾਲ 15 ਕਰ ਲਈਏ, ਤੇ ਜੇ ਉਹ ਫਿਗਰ ਕੈਲਕੂਲੇਟ ਕਰੀਏ, ਇਟਸ ਅਰਾਊਂਡ ਅਬਾਊਟ 2700 ਤੋਂ 3000 ਕਰੋੜ ਰੁਪਇਆ ਜਿਹੜਾ ਕਿ ਮਾਫੀਏ ਤੋਂ ਲੈਣਾ ਪੈਂਦਾ ਹੈ। ਤੇ ਜਿਨ੍ਹਾਂ ਆਫੀਸ਼ੀਅਲਸ ਨੇ ਕਤਾਈ ਕੀਤੀ ਉਹਨਾਂ ਤੇ ਵੀ ਇਹ ਕਾਰਵਾਈ ਹੋਣੀ ਬਣਦੀ ਹੈ। ਇਹ 3000 ਕਰੋੜ ਰੁਪਇਆ, ਜਿਹਨੂੰ ਇਹ ਨਾ ਕੇਵਲ 3000 ਕਰੋੜ ਰੁਪਇਆ, ਇਹ ਕਈ ਲੰਬੀ ਵੱਡੀ ਕਹਾਣੀ। ਸੋ ਇਸ ਤੋਂ ਬਾਅਦ ਨਵੀਆਂ ਬੱਸਾਂ ਤੇ ਨਵੀਆਂ ਨੌਕਰੀਆਂ, 842 ਬੱਸਾਂ ਨਵੀਆਂ ਬੱਸਾਂ ਖਰੀਦਣ ਲਈ ਟਾਟਾ ਕੰਪਨੀ ਨੂੰ ਆਰਡਰ ਦੇ ਦਿੱਤਾ ਗਿਆ ਹੈ, ਜਿਹੜੀਆਂ ਕਿ 45 ਤੇ ਇਹਦੇ ਵਿੱਚੋਂ ਪੰਜਾਬ ਰੋਡਵੇਜ਼ ਦੀਆਂ 587 ਬੱਸਾਂ ਤੇ ਪੀਆਰਟੀਸੀ ਦੀਆਂ 255 ਬੱਸਾਂ ਸ਼ਾਮਲ ਨੇ। 45 ਦਿਨਾਂ ਦੇ ਅੰਦਰ ਅਸੀਂ ਇਹ ਜਿਹੜੀਆਂ ਬੱਸਿਸ ਹੈ, ਬਿਕੋਜ਼ ਜਦੋਂ ਮੈਂ ਆਇਆ ਉਹਨਾਂ ਨਾਲ ਗੱਲ ਕੀਤੀ, ਪਹਿਲਾਂ ਉਹ ਡਿਲੇ ਕਰ ਰਹੇ ਸੀ, ਲੇਕਿਨ ਸਾਡੀ ਉਹਨਾਂ ਨਾਲ ਗੱਲ ਹੋਈ ਕਿ 45 ਦਿਨਾਂ ਦੇ ਅੰਦਰ ਇਹ ਬੱਸਾਂ ਸਾਨੂੰ ਮਿਲ ਜਾਣਗੀਆਂ। ਸੋ ਮੈਨੂੰ ਲੱਗਦਾ ਬਾਈ ਦਾ ਐਂਡ ਆਫ ਦਸੰਬਰ ਅਸੀਂ ਇਹਨਾਂ ਨੂੰ ਬਾਡੀ ਲਗਾ ਕੇ ਤੇ 842 ਬੱਸਾਂ, ਉਹਦਾ ਟੈਂਡਰ ਵੀ ਫਲੋਟ ਕਰ ਦਿੱਤਾ ਗਿਆ ਹੈ, ਬਾਡੀ ਦਾ ਵੀ ਇਹ ਤਾਂ ਆਰਡਰ ਦੇ ਦਿੱਤਾ ਗਿਆ ਹੈ, ਤੇ ਬਾਡੀ ਦਾ ਜਿਹੜਾ ਸ਼ਹਿਰ ਉੱਤੇ ਲਾਉਣਾ ਸੀ ਉਹਦਾ ਸਾਡਾ ਟੈਂਡਰ ਹੋ ਗਿਆ ਤੇ ਕੰਪਨੀਆਂ ਨੂੰ ਦੇ ਦਿੱਤਾ ਗਿਆ ਹੈ। ਉਹ ਵੀ ਅਸੀਂ ਮਤਲਬ ਕਿ ਬਾਈ ਦਾ ਐਂਡ ਆਫ ਦਸੰਬਰ ਇਹ 842 ਬੱਸਾਂ ਨਵੀਆਂ ਦੌੜਨਗੀਆਂ ਸੜਕਾਂ ਤੇ। ਜਿਹੜੀ ਮੈਂ ਉਹਦੇ ਵਿੱਚ ਐਡ ਕਰਾਂਗਾ ਥੋੜਾ ਕਿ ਉਹ ਆਮਦਨ ਜਿੱਥੇ ਵਾਧਾ ਹੋਇਆ ਉੱਥੇ ਸੋ ਕਾਲ ਜਿਹੜੇ ਮਾਫੀਆ ਸੀ
ਜਨਮਦਾਤਾ, ਉਹਨਾਂ ਨੇ ਆਪਦਾ ਪੈਸਾ ਵੀ ਕਾਲੇ ਤੋਂ ਚਿੱਟਾ ਕੀਤਾ, ਵਾਈਟ ਮਨੀ। ਮੇਰੇ ਕੋਲ ਇਹ ਇਨਫੋਰਮੇਸ਼ਨ ਵੀ ਹੈ ਕਿ ਉਹਨਾਂ ਦੀ ਬੱਸ ਚੰਡੀਗੜ੍ਹ ਦਿੱਲੀ ਤੋਂ ਵਾਪਸ ਆਉਂਦੀ ਸੀ, ਦਿੱਲੀ ਤੋਂ ਵਾਪਸ ਆਉਂਦੀ ਸੀ। ਇੱਕ ਦਿਨ 'ਚ ਡਬਲ ਟ੍ਰਿਪ ਲਾ ਹੀ ਨਹੀਂ ਸਕਦੀ ਬੱਸ ਕਿ ਇੱਥੋਂ ਦਿੱਲੀ ਜਾਣਾ ਤੇ ਦਿੱਲੀ ਤੋਂ ਵਾਪਸ ਆਉਣਾ, ਇੱਕ ਟ੍ਰਿਪ ਲੱਗਦਾ। ਲੇਕਿਨ ਕਾਗਜ਼ਾਂ ਦੇ ਵਿੱਚ ਕੇਵਲ 9000 ਰੁਪਇਆ ਲਿਆ ਜਾਂਦਾ ਸੀ ਹਰਿਆਣਾ ਟੈਕਸ ਭਰ ਕੇ, ਤੇ ਉਹਨੂੰ ਚਲਾ ਕੇ ਦਿਖਾਇਆ ਜਾਂਦਾ ਸੀ ਕਿ ਇਹਨੇ ਡਬਲ ਟ੍ਰਿਪ ਲਾ ਲਿਆ। ਉਹ ਜਿਹੜਾ ਪੈਸਾ ਦੂਸਰੇ ਧੰਦਿਆਂ ਤੋਂ ਆਉਂਦਾ ਸੀ, ਰੇਤ ਤੋਂ, ਕੇਬਲ ਤੋਂ, ਡਰੱਗਸ ਤੋਂ, ਉਹਨਾਂ ਨੂੰ ਚਿੱਟਾ ਕਰਨ ਦੇ ਵਿੱਚ ਇਹ ਬੱਸਾਂ ਦਾ ਵੀ ਯੋਗਦਾਨ ਉਸ ਮਾਫੀਏ ਨੇ ਇਸਤੇਮਾਲ ਕੀਤਾ। ਅੱਗੇ ਜੀ, ਨੌਕਰੀਆਂ ਲਈ ਭਰਤੀ ਪ੍ਰਕਿਰਿਆ। ਨਵੀਆਂ ਬੱਸਾਂ ਲਈ ਲਗਭਗ ਸਾਨੂੰ 800 ਡਰਾਈਵਰ, ਕੰਡਕਟਰ ਅਤੇ ਹੋਰ ਸਟਾਫ ਦੀ ਭਰਤੀ ਪ੍ਰਕਿਰਿਆ ਉਹ ਅਸੀਂ ਸ਼ੁਰੂ ਕਰ ਦਿੱਤੀ ਹੈ। FD ਸਾਹਿਬ ਕੋਲ ਸਾਡੀ ਪ੍ਰਪੋਜ਼ਲ ਚਲੀ ਗਈ ਹੈ। ਬੱਸਾਂ ਆਉਣ ਤੋਂ ਪਹਿਲਾਂ ਸਾਡੀ ਅਸੀਂ ਇਹਨਾਂ तमाम ਲੋਕਾਂ ਨੂੰ ਆਊਟਸੋਰਸ ਜਾਂ ਕੰਟਰੈਕਟ ਦੇ ਰਾਹੀਂ ਅਸੀਂ ਇਹਨਾਂ ਨੂੰ ਭਰਤੀ ਕਰ ਲਿਆ ਜਾਏਗਾ, ਸੋ ਦੈਟ ਸਾਡੀ ਬੱਸ ਜਦੋਂ ਆਏਗੀ ਤੇ ਉਹ ਇੱਕ ਦਿਨ ਵੀ ਖੜੀ ਨਾ ਹੋਵੇ ਬਿਨਾਂ ਡਰਾਈਵਰਸ ਤੇ ਕੰਡਕਟਰਸ ਤੋਂ। ਇਹ ਅਸੀਂ ਕੀਤਾ। ਨਵੇਂ ਬੱਸ ਸਟੈਂਡ ਤੇ ਵਰਕਸ਼ਾਪ ਬਣਾਉਣਾ ਤੇ ਨਵੀਨੀਕਰਨ, ਜਿਹਦੇ ਵਾਸਤੇ 400 ਕਰੋੜ ਰੁਪਇਆ ਖਰਚੇ ਜਾਣਗੇ। ਕੱਲੀ ਇਹ ਖਰਚੇ ਜਾਣ ਵਾਲੀ ਗੱਲ ਨਹੀਂ ਹੈ। 52 ਨਵੇਂ ਬੱਸ ਅੱਡੇ, ਜਿਹੜਾ ਕਿ ਸਾਡੇ ਕੋਲ ਪੈਸਾ ਆ ਚੁੱਕਿਆ ਹੈ, 230 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਨਵੇਂ ਬੱਸ ਸਟੈਂਡਸ, ਜਿਨ੍ਹਾਂ ਦੇ ਟੈਂਡਰਸ ਹੋ ਗਏ ਹੈ। ਕਈਆਂ ਦੇ ਟੈਂਡਰਸ ਹੋ ਗਏ ਨੇ, ਕੁਝ ਦੇ ਟੈਂਡਰਸ ਰਹਿੰਦੇ ਨੇ। ਅਸੀਂ ਤਕਰੀਬਨ 3-4 ਦਿਨਾਂ ਦੇ ਵਿੱਚ तमाम ਇਹ 400 ਕਰੋੜ ਰੁਪਏ ਦੇ ਟੈਂਡਰਸ ਜਿਹੜੇ ਹੈ ਉਹ ਲਾ ਦੇਵਾਂਗੇ, ਕਿਉਂਕਿ ਸਾਡੇ ਕੁਝ ਬੱਸ ਸਟੈਂਡ ਮਿਊਨਿਸਪਲ ਕਮੇਟੀ ਕੋਲੇ ਹੈ, ਸਾਡੇ ਕੁਝ ਬੱਸ ਸਟੈਂਡ ਜਿਹੜੇ ਹੈ ਬਲਾਕ ਸਮਿਤੀਜ਼ ਕੋਲੇ ਹੈ, ਕੁਝ PRTC ਤੇ ਪਨਬਸ। ਇਹ ਅਸੀਂ ਨਵੇਂ ਕੁਝ ਬੱਸ ਸਟੈਂਡ ਸਾਡੇ ਬਣ ਰਹੇ ਨੇ ਆਲਰੇਡੀ। ਪਟਿਆਲਾ ਦਾ ਬੱਸ ਸਟੈਂਡ, ਜਿਵੇਂ ਰੋਪੜ ਦਾ, ਹੋਰ ਕਈ ਬਣ ਚੁੱਕੇ। ਇਹ 230 ਕਰੋੜ ਰੁਪਇਆ ਖਰਚ ਰਹੇ ਹੈ 52 ਨਵੇਂ ਬੱਸ ਅੱਡਿਆਂ ਤੇ 70 ਬੱਸ ਅੱਡਿਆਂ ਦਾ ਨਵੀਨੀਕਰਨ ਕਰ ਰਹੇ ਹਾਂ 45 ਕਰੋੜ ਰੁਪਏ ਦੇ ਨਾਲ। ਤੇ ਨਵੀਆਂ ਵਰਕਸ਼ਾਪ ਜਿਹੜੀਆਂ ਕਿ ਅਸੀਂ ਜਿਹਨੇ ਉਹ ਸਲਾਈਡ ਤੇ ਤੁਹਾਨੂੰ ਦਿਖਾ ਰਹੇ ਹੈ, ਨਵੀਆਂ ਵਿਦ ਨਿਊ ਡਿਜ਼ਾਈਨ ਸਾਰਾ ਕੁਝ, ਇਹ 81 ਕਰੋੜ ਰੁਪਏ ਨਾਲ 16 ਨਵੀਨੀਕਰਨ ਕਰ ਰਹੇ ਹਾਂ ਅਸੀਂ 16 ਵਰਕਸ਼ਾਪ ਤੇ। ਸੋ ਇਹਦੇ ਤੇ ਅਸੀਂ 81 ਕਰੋੜ ਰੁਪਇਆ ਲਾਉਣਾ ਹੈ। ਇਹ तमाम ਜਿਹੜੇ ਕੰਮ ਹੈ ਅਸੀਂ ਇਹਨਾਂ ਨੂੰ ਇਸ ਮਹੀਨੇ ਦੇ ਐਂਡ ਤੱਕ ਅਸੀਂ ਟੈਂਡਰ ਫਲੋਟ ਕਰ ਦਿਆਂਗੇ, ਯਾਨੀ ਕਿ ਇਹਨਾਂ तमाम ਚੀਜ਼ਾਂ ਦਾ ਕੰਮ ਹੈ ਉਹ ਨਵੰਬਰ ਦੇ ਫਸਟ ਵੀਕ ਸ਼ੁਰੂ ਹੋ ਜਾਏਗਾ ਵਿਦਆਊਟ ਐਨੀ ਡਿਲੇ। ਇਹਦੇ ਨਾਲ ਅਸੀਂ ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਜਿਹੜੇ ਪੈਂਡਿੰਗ ਕੇਸਿਸ ਪਏ ਸੀ, ਹੁਣ ਅਸੀਂ ਜਿਹੜੇ ਟੈਸਟਿੰਗ ਟਰੈਕ ਸ਼ਨੀਵਾਰ ਨੂੰ ਵੀ ਖੋਲ ਦਿੱਤੇ ਗਏ ਹੈ। ਪਹਿਲਾਂ ਉਹ ਫਰਾਈਡੇ ਤੱਕ ਹੁੰਦੇ ਸੀ, ਉਹ ਅਸੀਂ ਸ਼ਨੀਵਾਰ ਨੂੰ ਵੀ ਉਹਨਾਂ ਨੂੰ ਖੋਲਤਾ। ਸੈਟਰਡੇ ਨੂੰ ਜਿਹੜਾ ਬੁਕਿੰਗ ਸਲਾਟ ਸੀਗਾ ਸਾਡਾ ਪਹਿਲਾਂ 30 ਦਿਨ ਸੀ ਬੁਕਿੰਗ ਸਲਾਟ, ਹੁਣ ਅਸੀਂ 45 ਦਿਨ ਉਹਨੂੰ ਕਰ ਦਿੱਤਾ ਗਿਆ ਹੈ। ਕਮਰਸ਼ੀਅਲ ਅਤੇ ਗੈਰ ਕਮਰਸ਼ੀਅਲ ਵਾਹਨ ਦੀ ਜਾਂਚ ਕਿਸੇ ਵੀ ਨਜ਼ਦੀਕੀ ਸਥਾਨ ਤੇ, ਪਹਿਲਾਂ ਇਹ ਹੁੰਦਾ ਸੀ ਕਿ ਪਾਰਟਿਕੂਲਰਲੀ ਫਲਾਨੀ ਥਾਂ ਤੇ ਹੀ ਇਹਦੀ ਜਾਂਚ ਹੋਏਗੀ, ਹੁਣ ਅਸੀਂ ਓਪਨ ਕਰ ਦਿੱਤਾ ਗਿਆ। ਜਿੱਥੇ ਵੀ ਉਹਨੂੰ ਜਾਂਚ ਉਹਦੇ ਨਜ਼ਦੀਕੀ ਸੈਂਟਰ ਹੋਊਗਾ ਉੱਥੇ ਜਾ ਕੇ ਉਹ ਜਾਂਚ ਕਰਾ ਸਕਦਾ। ਪਹਿਲਾਂ ਇਹ ਸੀ ਕਿ ਇੱਥੋਂ ਵਾਲਾ ਬੰਦਾ ਨੂੰ ਸਪੈਸ਼ਲੀ ਉੱਥੇ ਜਾਣਾ ਪੈਂਦਾ ਸੀ, ਉਹ ਅਸੀਂ ਇਹ ਕਰਤਾ ਰਿਫਾਰਮਸ। ਤੇ ਆਊਟਸੋਰਸ ਕੰਪਨੀ ਡਰਾਈਵਿੰਗ ਲਾਇਸੈਂਸ ਰਜਿਸਟ੍ਰੇਸ਼ਨ ਸਰਟੀਫਿਕੇਟ ਸਮਝੌਤੇ ਮੁਤਾਬਕ ਜਿਹੜਾ ਲੇਟ ਹੋਏਗਾ, ਜੇ ਕੋਈ ਲੇਟ ਹੋਏਗਾ ਉਹਨੂੰ ਅਸੀਂ ਜੁਰਮਾਨਾ ਪਾਵਾਂਗੇ 7 ਦਿਨਾਂ ਦੇ ਅੰਦਰ ਅੰਦਰ। ਜਿਹੜਾ 7 ਡੇਜ਼ ਔਰ 15 ਡੇਜ਼ 3 ਡੇਜ਼ ਦਾ ਡਿਸਪੈਚ ਦਾ ਸਮਾਂ ਅਸੀਂ 3 ਦਿਨਾਂ 'ਚ ਉਹਦਾ ਡਰਾਈਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਡਿਸਪੈਚ ਕਰਾਂਗੇ। ਅਗਰ 3 ਦਿਨਾਂ ਤੋਂ ਵੱਧ ਡਿਲੇ ਕਰੇਗਾ ਉਹ, ਤਾਂ ਅਸੀਂ ਉਹਨੂੰ ਜੁਰਮਾਨਾ ਪਾਵਾਂਗੇ। ਤੇ ਇਹਦੇ ਨਾਲ ਇੱਕ ਹੋਰ ਕੀਤਾ ਕਿ ਪਹਿਲਾਂ 7 ਦਿਨ ਡਿਸਪੈਚ ਹੋਣ ਤੋਂ ਬਾਅਦ ਅਗਰ ਕਈ ਵਾਰੀ ਕੋਈ ਲਾਇਸੈਂਸ ਨਹੀਂ ਲੈਣ ਆਉਂਦਾ, ਰਜਿਸਟ੍ਰੇਸ਼ਨ ਨਹੀਂ ਲੈਣ ਆਉਂਦਾ, ਤਾਂ 7 ਦਿਨ ਉਹ ਪੋਸਟ ਆਫਿਸ ਰਹਿੰਦੀ ਸੀ ਉਹਦੀ ਕਾਪੀ ਔਰ ਲਾਇਸੈਂਸ। ਕਈ ਵਾਰੀ ਕਿਤੇ ਬੰਦਾ ਬਾਹਰ ਗਿਆ ਹੁੰਦਾ, ਲੇਕਿਨ ਹੁਣ ਅਸੀਂ ਉਹਨੂੰ ਵਧਾ ਕੇ ਸਮਾਂ 15 ਦਿਨ ਦਾ ਕਿਹਾ ਕਰਨ ਵਾਸਤੇ ਕਿ 15 ਦਿਨ ਉਹ ਪੋਸਟ ਆਫਿਸ ਰਹੇਗੀ, ਤਾਂ ਜੋ ਕੋਈ ਵਿਅਕਤੀ ਵੀ 15 ਦਿਨਾਂ ਦੇ ਅੰਦਰ ਅੰਦਰ ਪੋਸਟ ਆਫਿਸ ਚੋਂ ਆਪਦਾ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਲੈ ਸਕਦਾ। ਡਰਾਈਵਿੰਗ ਲਾਇਸੈਂਸ ਸਰਟੀਫਿਕੇਟਸ ਅਤੇ RTA ਦੇ ਦਫ਼ਤਰ ਵਿੱਚ ਹੋਰ ਕਈ ਪੈਂਡੈਂਸੀ ਬਹੁਤ ਪਈ ਹੈ। ਜਦੋਂ ਅਸੀਂ ਇਹਨੂੰ ਇੱਥੇ ਸੈਂਟਰਲਾਈਜ਼ ਕੀਤਾ, ਇੱਥੇ ਸਾਡੀ ਹੁਣ ਪ੍ਰਿੰਟਿੰਗ ਹੁੰਦੀ ਹੈ ਰਜਿਸਟ੍ਰੇਸ਼ਨ ਦੀ ਤੇ ਉਹਦੀ ਕਾਪੀ ਲਾਇਸੈਂਸ ਦੀ,
पर लेकिन पुराना उस तो पहला दीयां कई पेंडेंसी पई हैं, कई शिकायतां सानू मिलियां। सो असी हुण पेंडेंसी मेला ला रहे हैं। सो असी स्टार्ट कर रहे हैं मुक्तसर साहिब तो इहदा पायलट। सो वी आर स्टार्टिंग बिफोर दिवाली असी स्टार्ट कर रहे हैं, तां जो किसी प्रकार की कोई इस महकमे दे विच पेंडेंसी नहीं रहे, किसी की कॉपी नूं लैके, किसी के लाइसेंस नूं लैके, किसी की पासिंग नूं लैके RTA साहबान ते पूरा उन्हां दा दफ्तर उत्थे बैठेगा ते असी इनू क्लीयर करांगे। एंड पूरे पंजाब दे विच फिर असी जिला लेवल ते असी पेंडेंसी मेले लावांगे, तां जो जिहड़ा पुराना लॉट है जां पुरानियां पेंडेंसीज है वो क्लीयर हो सकन। होर कई पहल कदमियां कीतियां। पहला PRTC ते पंजाब रोडवेज दीयां बसां उपर तंबाकू, पान मसाला आदि दे इश्तिहार लग जांदे सी, एडवरटाइजमेंट। सो असी वो फैसला लिया कि बिल्कुल एडवरटाइजमेंट का हिस्सा है, क्योंकि सानू रेवन्यू उहदे तो आउंदा है, लेकिन उन्होंने हदायत दी है कि इस प्रकार की कोई एडवरटाइजमेंट साड़ियां बसिस से नहीं लगेगी जिहड़ी कि ड्रग्स नू बढ़ावा दिंदी होवे। बस स्टैंड वास्ते बस नू साफ सुथरा रखने लई कीती गई सफाई मुहिम तुसीं देखिया होना है। असी पहले संडे ते अज 15 दिनों बाद मैं अमृतसर सीगा कि सफाई मुहिम विद ऑल साडे ऑफिशियल्स GM लैवल, साडे MD लैवल के तमाम लोगों ने असी आप खुद जाके बस स्टैंड की जिहड़ा साफ सुथरा वातावरण हुण बनाया है। ये नहीं है कि 15 दिन बाद सफाई होगी, सफाई रोज होया करेगी, लेकिन एक सफाई दी इस तरह मुहिम हर 15 दिनों बाद असी संडे वाले दिन 2-3 घंटे ला के एक करया करांगे, सो दैट इट्स अ संबॉलिक मैसेज कि जिथे लोगों की इन्नी फुटबॉल है, पब्लिक आउंदी है, उत्थे साफ सुथरा वातावरण होना चाहिए। और तुसी देखिया होएगा मगरले 15 दिनों काफ़ी असी ये तो नहीं कहांगे कि इट्स नाउ आई एम सैटिस्फाइड, लेकिन उहदे विच होर सुधार करांगे। लेकिन असी हुण तक काफ़ी सफाई वगैरह जां चंगा माहौल बनाया। एक होर वड्डा फैसला लिया गया कि RTAs कोल ही सीगी पावर कि जिहड़ियां गड्डियां चैकिंग करन दी ते होर कोई नहीं कर सकता, जां साडे SDM वगैरह। असी हुण GMs नूं, टू ऑल GMs, राइट शिवा जी, असी सारे GMs नूं जिहड़े भी है PRTC पनबस दे, असी उन्होंने एक पावर दी है कि हुण वो 500 मीटर के एरिए बस अड्डा तो 500 मीटर के एरिए चैकिंग करेंगे। कई बार बस स्टैंड के बाहर बसिस खड़ियां होंदियां, वो अंदर लैके ही नहीं जाते। बहुत से लोगों ने अड्ड अड्डे बनाए हुए जिहड़े, सो किते भी इरेगुलरिटीज़ हो रही हैं तो साडे GMs उन्होंने चैक करके उन्होंने बनदी कार्रवाई कर सकते हैं। पहला पावर ये GM साहब को नहीं सी, जे हुणे दिती है 500 मीटर के दायरे बस स्टैंड तो 500 मीटर के दायरे ਵੱਖ-ਵੱਖ यूनियनस मिलियां सानू। तुसीं देखिया होना है कि PRTC यूनियन के पहला धरने वरने लगे सी, सारा कुछ असी ये फैसला करता कि तमाम उन्हां लोगों की तनख्वाह दे विच 30% वाधा जिहड़ा कि इसे महीने तो असी देन जा रहे हैं, ते 5% इंक्रीमेंट हर साल उन्हां दी तनख्वाह दे विच, क्योंकि उन्हां तो बिना सी वो अधूरे हैं। और मैनू लगता है महंगाई के नाल नाल उन्हां परिवारां नूं ये जरूरत सीगी। सो ये बड़ी पहल कदमी है। मुख्यमंत्री साहब नाल मिल के उन्होंने मीटिंग करा के ये फैसला बिल्कुल रिजॉल्व हो चुका है। तां ही तुसीं देखिया होना किसी प्रकार का कोई धरना जिहड़ा वो नहीं है। और इसे महीने तो उन्हों की तनख्वाह दे विच असीं वाधे नाल 30% तनख्वाह उन्हों की पावांगे ते हर साल 5 साल इंक्रीमेंट करा 5% का इंक्रीमेंट करांगे। ते नाल ही उन्हों की पक्के होने की तजवीज़ भी जिहड़ी महकमे ने मुख्यमंत्री साहब को रखी है, तो उन्होंने कहा कि असी इहदे बारे पूर्ण विचार कर रहे हैं, तो असी उन्होंने सारिਆਂ ਨੂੰ पक्का भी करांगे। सो ये सारियां प्राप्तियां सन। ते लास्ट विच आई वुड लाइक टू से दैट रूल ऑफ लॉ, ड्यू प्रोसेस ऑफ लॉ विल बी एस्टैबलिश्ड इन ट्रांसपोर्ट डिपार्टमेंट। किसी प्रकार की कोई भी कोताही इहदे विच नहीं होएगी। एंड पूर्ण तौर पर असी कायदे कानून नूं कायम रखते हुए इस महकमे नूं तरक्की दीयां लीहां वाल लैके जावांगे। और लोगों नूं इहदे राहीं बहुत असी बेरोज़गार लोगों नूं रोज़गार दे सकते हैं। और एक दिन आएगा कि मेरे मन की इच्छा है कि लोग एक गल ये कहन कि ट्रांसपोर्ट जिहड़ा महकमा है उहदे करके सरकार नूं रेवन्यू का बहुत फ़ायदा हो रहा है, उहदे करके लोगों नूं सहूलतां मिल रही हैं। और देश भर दे विच लोग ट्रांसपोर्ट पंजाब ट्रांसपोर्ट महकमे की गल करन, मेरे मन की इच्छा है। और परमात्मा और थोड़ा संजोग अगर मिलता रहा इन्हां माफिया के खिलाफ लड़ाई लड़न वास्ते, तो मैं थोड़े नाल पूर्ण वादा करदा कि
ये बिल्कुल असी करके तमाम मेरे ऑफिस साहबान, ये कोई इट्स नॉट अ कि कल्ले व्यक्ति का काम है, इट्स अ टीम वर्क। शिवा प्रसाद जी साडे MD साहबान, तो साडे तमाम RTA साहबान, तमाम साडे GM साहबान, इन्हां लोगों के संयोग नाल ही मैं ये सब कुछ कर पाया। एंड ऑफ कोर्स इट्स अ आशीर्वाद सानू कह लो, सानू ब्लैसिंग्स कह लो चरणजीत सिंह चन्नी साहब साडे मुख मंत्री पंजाब, क्योंकि उन्होंने पहले दिन नारा दिता कि किसी प्रकार का कोई माफिया पंजाब दे विच नहीं रहेगा। उन्हों के उसे शब्दों ते पहरा दिंदे हुए असी इस मुहिम नू जारी रखांगे। थोड़ा सारिਆਂ ਦਾ बहुत बहुत धन्यवाद। एनी क्वेश्चंस? मैं थोनू पहला कह चुकिया कि 4.5 साल साडी कारगुजारी का भी मैं पश्चाताप करदा ਉਹਦੇ ਵਿੱਚ और नहीं एंड मैं ये भी नाल कह चुकिया, ये भी कह चुके हैं, तुसी देखिया होना सुनिया होना है कि 50 लाख गुणा 15 साल 2700 करोड़ रुपया। तो ये भी कह चुके हैं कि जिन्होंने लोगों ने कताई की है उन्होंने बनती कार्रवाई होगी। बी इट %100 मैनू लगता कि ये मेरी गल चल रही है ऑफिशियल्स नाल, कोई ना कोई मुख्य मंत्री साहब नाल सलाह करके सिट वगैरह बना के ये बिल्कुल बाकायदा इंक्वायरी होनी चाहिए है। तो जो भी ये कोताहियां हुई, धांधलियां हुई, जो भी इस तरह के धंधे होए उन्होंने कार्रवाई बनती है और होनी चाहिए। तो व्हाट इज द नेम ऑफ द ट्रांसपोर्ट? सो मैं थोड़ा ये दसना चाहना कि जड़ियाँ तुसी कंपनीज के नाम गिनाए ने, काफ़ी कुछ वड्डियां कंपनीज भी है, कुछ छोटियां कंपनीज भी है। लेकिन मैं थोड़ा ये दसा कि ग्रीन बस जड़ी हैगी है उन्हों दियां 3 बसिस ऑलरेडी इंपाउंड हैगियां। एंड इफ यू आर टॉकिंग अबाउट करतार बस 2 बसिस उन्हों दियां इंपाउंड कीतियां। एंड तुसी जड़ी गल कर रहे हो मनप्रीत सिंह बादल दी, मेरे ख्याल उन्होंने को ट्रांसपोर्ट ही 2-3 बसां दी है। लेकिन जिरे ते भी क्योंकि सानू जड़ी सड़क ते चलती बस मिलती है, तुसी ग्रीन दी गल कीती दैट बिलोंग्स टू किकी ढिल्लों, अनदर तुसी करतार दी गल कीती इंपाउंडेड दैट बिलोंग्स टू अवतार हेनरी इंपाउंडेड, वो इंपाउंड है, तुसी पुछ सकते हो और वो फिगर्स लै सकते हो। जिहड़ी तुसी गल कर रहे हो कि रघु राजी, क्योंकि बसेज जिन्नियां सानू सड़क ते मिल रही हैं, ये तो हजे सानू 8 दिन होया कार्रवाई करदे नूं। जिहड़ी बस सानू मिलती है जिहदे खिलाफ पेंडेंसी है, पर यह भी थोनू दसना चाहिए है कि घट्टो हैगियां जिहड़ियां अलग अलग तरह दीयां नागपाल्स, लिबड़ा, ये सारियां बसेज इंपाउंडेड हैगियां। बीट एनीबडी अप्रोच, मैनू कोई अप्रोच नहीं कर रहा, लेकिन मैनू नीचे पता लग्या कि कुछ लोगों ने साढ़े जिवें तुसी दरवेश की गल करो, मैं उदाहरण दे रहा, एक दरवेश नाम की कंपनी है जिन्हें 20 बसेज है, उन्हें 75% आपका टैक्स जमा करा दिता है। लेकिन जोड़े पुराने लोग है, घाग लोग है, उन्होंने ये लगता कि नहीं हजे रुको भी साडा बिना टैक्स तो ये जो टैक्स मैं वसूल की गल कर रहा है, ये टैक्स सवारी नूं बिठाउण लगे उहदे तो लै लिया जाता है, सवारी नूं बिठाउण लगे लै लिया जाता है। लेकिन सरकार नूं 1-1 साल टैक्स नहीं दे रहे, हालांकि उन्होंने खिलाफ तो इंटरस्ट बनता है, इंटरस्ट भी बनेगा, प्लेंटी भी पेगी, वो भी पैसा साडा लेना बनता है। 1 साल का 95 करोड़ रुपया जी तुझ मैं गल कर कोविड च किसी को रिलीफ नहीं मिले, लेकिन बसेज वाले इन्होंने गरीब लोगों को रिलीफ 95 करोड़ रुपए का मिले, किसी और दुकानदार को नहीं मिले। सो ये लोग तो बिल्कुल नहीं ये गल कह सकते भी किसी प्रकार का वितकरा। जेडे लोगों की ये गल कहने वितकरे की गल उन्होंने लोगों को, बिकॉज दे हैव द बिग ट्रांसपोर्टर्स, उन्होंने को वड्डी 300 250 बस है, उन्होंने कलिया 7-7 10-10 15-15 करोड़ रुपए का उस 95 करोड़ चो फायदा होया। सो दे शुड नॉट से कि डिस्क्रिमिनेशन या कोई इस तरह की गल है, उन्होंने फायदा ज्यादा होया। सो असी बिल्कुल किसी ना पक्षपात नहीं कर रहे। जिन्हें टैक्स नहीं भरिया, जो नहीं भरेगा ओरी बस पंजाब दी सड़कों पर नहीं दौड़ेगी। गल करांगे जिस कि मोहाली का बस अड्डा है, पहला फेस 8 दे विच सीगा चल रहा, उसनूं बंद करवा दिता गया।
ਬਾਅਦ ਫੇਜ਼ 6 ਦਾ ਜਿਹੜਾ ਹੁਣ ਬੱਸ ਅੱਡਾ 100 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਿਆ ਤੇ ਉਹ ਹੁਣ ਸਿਆਸਤ ਦਾ ਜਿਹੜਾ ਹੈਗਾ ਪੂਰਾ ਸ਼ਿਕਾਰ ਹੋ ਰਿਹਾ ਹੈਗਾ। ਕੋਈ ਉਸ ਤਰੀਕੇ ਦੀ ਜਿਸ ਤਰੀਕੇ ਦੀਆਂ ਸੁਵਿਧਾਵਾਂ ਦੂਸਰੇ ਬੱਸ ਅੱਡਿਆਂ ਦੇ ਉੱਤੇ ਨੇ ਉਸ ਤਰੀਕੇ ਦੀ ਹੈ ਹੀ ਨਹੀਂ ਹੈ। ਕਿਸ ਤਰੀਕੇ ਨਾਲ ਚੱਲ ਰਿਹਾ ਜਿਹੜਾ ਤੁਸੀਂ ਯੂ ਆਰ ਟਾਕਿੰਗ ਅਬਾਊਟ ਜਿਹੜਾ ਦਾਰਾ ਹਾਂਜੀ ਉਹਦਾ ਜੀ ਸਾਡਾ ਪੁੱਡਾ ਦੇ ਨਾਲ ਜਿਹੜਾ ਉਹ ਕਿਸੇ ਪ੍ਰਾਈਵੇਟ ਬੰਦੇ ਨੇ ਉਹਨੂੰ ਬਣਾਇਆ ਸੀਗਾ। ਉਹ ਪਹਿਲੀ ਗੱਲ ਤਾਂ ਉੱਥੇ ਬੰਦਾ ਨਹੀਂ ਸੀਗਾ ਜਿਹੜੀ ਗੱਲ ਹੈ ਪਿੱਛੇ ਜੇ ਫਿਰ ਉਹਨੂੰ ਕੋਈ ਵੇਚਣ ਵਚਾਉਣ ਦੀ ਗੱਲ ਚੱਲ ਰਹੀ ਸੀ। ਸੋ ਨਾ ਉਹ ਹੁਣ ਉਹਦੇ ਵਾਸਤੇ ਮੇਰੇ ਖਿਆਲ ਪੁੱਡਾ ਉਹਦੇ ਵਿੱਚ ਹਾਂ ਪੁੱਡਾ ਦੇ ਕੋਲੇ ਉਹ ਬੱਸ ਸਟੈਂਡ ਹੈ। ਉਸ ਅਸੀਂ ਤਾਂ ਉਹਨੂੰ ਕਦੇ ਆਕੂਪਾਈ ਕੀਤਾ ਹੀ ਨਹੀਂ। ਉਹ ਵੀ ਇਸ ਤਰ੍ਹਾਂ ਦੀਆਂ ਇਨਵੈਸਟਮੈਂਟਸ ਜਿਹੜੀਆਂ ਤੁਸੀਂ ਕੀਤੀਆਂ ਇਹ ਵੀ ਉਸ ਮਾਫੀਏ ਨੇ ਹੀ ਕੰਮ ਇਹ ਸ਼ੁਰੂ ਕੀਤੇ ਜਿਹੜੇ ਕਿ ਉੱਥੇ ਉਹ ਅੱਡਾ ਬਣਨਾ ਵਾਇਬਲ ਹੀ ਨਹੀਂ ਸੀਗਾ ਜਿੱਥੇ ਉਹ ਅੱਡਾ ਬਣਾ ਦਿੱਤਾ ਗਿਆ। ਜਿਵੇਂ ਕਿ ਮਾਊਆਣਾ ਇੱਕ ਡਰਾਈਵਿੰਗ ਉਹ ਬਣਾ ਦਿੱਤਾ ਗਿਆ। ਹੁਣ ਮਾਊਆਣੇ 'ਚ 2 ਦਿਨ ਬੰਦਾ ਟ੍ਰੇਨਿੰਗ ਵਾਸਤੇ ਜਾਂਦਾ ਹੈ। ਉਹ ਬਾਦਲ ਸਾਹਿਬ ਦੇ ਇੱਕ ਰੋਡ ਤੇ ਬਣਾ ਦਿੱਤਾ ਲੰਬੀ ਦੇ ਵਿੱਚ। ਉੱਥੇ ਲੋਕਾਂ ਕੋਲੇ ਵਿਚਾਰੇ ਕੋਲੇ ਰਹਿਣ ਦੀ ਸਹੂਲਤ ਹੈ ਨਹੀਂ ਜਦੋਂ ਟ੍ਰੇਨਿੰਗ ਨਾ ਉੱਥੇ ਹੋਟਲ ਹੈ। ਪਹਿਲਾਂ ਤਾਂ ਮਾਊਆਣਾ ਭਾਲਦੇ ਨਹੀਂ ਉਹ ਲੋਕਾਂ ਨੂੰ ਉੱਥੇ ਹੁੰਦਾ। ਸੋ ਇਹਨਾਂ ਲੋਕਾਂ ਨੇ ਮਿਸਯੂਜ਼ ਆਫ ਫੰਡਸ ਤੇ ਪੈਸੇ ਨੂੰ ਖਰਾਬੀ ਕੀਤੀ। ਕੁਝ ਆਪਦੇ ਚਹੇਤੇ ਜਿਹੜੇ ਪ੍ਰਾਈਵੇਟ ਇਹ ਲੋਕ ਸੀ ਜਿਨ੍ਹਾਂ ਨਾਲ MOU ਸਾਈਨ ਕੀਤਾ ਉਹਨਾਂ ਦੇ ਵਿੱਚ ਕਈ ਲਾਲਚ ਸਨ, ਕਈ ਤਰੀਕੇ ਦੇ ਪਹਿਲਾਂ ਉਹਨਾਂ ਤੋਂ ਫੇਵਰਸ ਲੈ ਲਈਆਂ ਗਈਆਂ ਤੇ ਸਾਰਾ ਜਿਹੜਾ ਉਹ ਸਾਡਾ ਪੰਜਾਬ ਸਰਕਾਰ ਦਾ ਪੈਸਾ ਉੱਥੇ ਡੰਪ। ਲੇਕਿਨ ਅਸੀਂ ਉਹਦੇ ਤੇ ਪੁੱਡਾ ਨੇ ਉਹਨੂੰ ਕੁਝ ਮੇਰਾ ਖਿਆਲ ਆਕਸ਼ਨ ਜਾਂ ਕੁਝ ਕਰਨ ਦੀ ਤਜਵੀਜ਼ ਦਿੱਤੀ ਹੈ। that is with ਪੁੱਡਾ। ਇੱਕ ਤਾਂ ਉੱਤੇ ਨਾ ਕੋਈ ਸਵਾਰੀ ਚੜ੍ਹਦੀ ਹੈ ਨਾ ਕੋਈ ਉਤਰਦੀ ਹੈ ਪਰ ਹਰ ਪਾਸੇ 50 ਰੁਪਏ ਦੀ ਪਰਚੀ ਕੱਟ ਕੇ ਦੇਈ ਜਾਂਦੇ। ਇੱਕ ਤਾਂ ਇਹ ਹੈ ਜੀ ਤੁਹਾਡਾ ਮੇਰਾ ਕੁਐਸਚਨ। ਇੱਕ ਇਹ ਹੈ ਕਿ ਮਾਫੀਆ ਜਿਹੜਾ ਹੈ ਪ੍ਰਾਈਵੇਟ ਬੱਸਾਂ ਜਿਹੜੀਆਂ ਹੈ ਨਹੀਂ 50 ਰੁਪਏ ਦੀ ਕਿੱਥੇ ਜਿਹੜਾ ਉਹ ਨਵੇਂ ਬੱਸ ਸਟੈਂਡ ਦੀ ਗੱਲ ਕਰ ਇੱਕ ਹੈ ਜੀ ਵੀ ਜਿਹੜੀਆਂ ਮਾਫੀਆ ਦੀਆਂ ਬੱਸਾਂ ਹੈ ਜਿਹੜੀਆਂ ਬਾਈਪਾਸ ਜਲੰਧਰ ਤੋਂ ਲੁਧਿਆਣੇ ਆਉਣੀਆਂ ਹੈਗੀਆਂ ਉਹਨਾਂ ਉੱਤੇ ਬੋਰਡ ਲੱਗਿਆ ਹੁੰਦਾ ਚੰਡੀਗੜ੍ਹ ਦਾ। ਨਹੀਂ ਮੈਨੂੰ ਪਹਿਲਾਂ ਯਾਰ ਇੱਕ ਗੱਲ ਤੇ ਗੱਲ ਕਰ ਲਈਏ ਕਿ ਤੁਸੀਂ ਕਹਿੰਦੇ ਜਿਹੜਾ ਅੱਡਾ ਅਸੀਂ ਆਕੂਪਾਈ ਨਹੀਂ ਕੀਤਾ ਮੈਂ ਰਾਈਟ ਉਹਦੀ ਪਰਚੀ ਕੱਟੀ ਜਾ ਬਿਲਕੁਲ ਸਿਰਫ ਪਰਚੀ ਕਟਵਾਉਣ ਲਈ ਭੇਜਿਆ ਜਾਂਦਾ ਉਹਨਾਂ ਨੂੰ। ਉਹ ਲੰਘ ਜਾਂਦੇ ਵਿੱਚ ਦੀ ਚੰਡੀਗੜ੍ਹ ਡਿਪੂ ਦੇ ਉੱਤੇ ਮੁਲਾਜ਼ਮ ਬਿਠਾਏ ਹੋਇਆ ਜੀ ਸਾਰਾ ਡਿਪੂ ਦੇ ਤੇ ਕਨੈਕਟਰ ਰਹਿੰਦੇ ਆ ਨਾਲ ਸਿਕਿਉਰਿਟੀ ਠੀਕ ਹੈ ਮੇਰੇ ਤੁਸੀਂ ਧਿਆਨ ਮੇਰੇ ਤੁਸੀਂ ਇਹ ਗੱਲ ਧਿਆਨ ਚ ਲਿਆਂਦੀ ਹੈ। ਮੈਂ ਸ਼ਿਵਾ ਪ੍ਰਸ਼ਾਦ ਜੀ ਨੂੰ ਕਹੂੰਗਾ ਕਿ ਇਹਦੇ ਤੇ ਬੰਦੀ ਕਾਰਵਾਈ ਜਿਹੜੀ ਹੈਗੀ ਹੈ ਉਹਦੇ ਤੇ ਅਸੀਂ ਇਮੀਡੀਏਟਲੀ ਤੁਹਾਨੂੰ ਇੱਕ ਅੱਧੇ ਦਿਨ ਦੇ ਵਿੱਚ ਹੀ ਉਹ ਰਣਨੀਤੀ ਜਲੰਧਰ ਤੋਂ ਤੁਰਦੀਆਂ ਉਹ ਆ ਜਾਂਦੀ ਹੈ ਜਲੰਧਰ ਬਾਈਪਾਸ ਆ ਜਾਂਦੇ ਲੁਧਿਆਣਾ ਬਾਈਪਾਸ ਉਹਨਾਂ ਤੇ ਲਿਖਿਆ ਹੁੰਦਾ ਹੈ ਚੰਡੀਗੜ੍ਹ। ਉਹਨਾਂ ਦੇ ਯਾਰ ਪਰਮਿਟ ਹੈਗੇ ਆ ਉਹ ਮਾੜੀ ਤੱਕ ਹੁੰਦੇ ਖੜ ਤੱਕ ਹੁੰਦੇ ਆ ਤੇ ਆ ਕੇ ਉਹ ਸਵਾਰੀਆਂ ਨੂੰ ਜਿਹੜਾ ਹੈਗਾ ਹੈਰਾਨ ਪਰੇਸ਼ਾਨ ਹੋਣਾ ਪੈਂਦਾ ਹੈ। ਇਸ ਕਰਕੇ ਉਹਨਾਂ ਕੋਲ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। DTO ਮਾੜੀ ਨੂੰ ਵੀ ਇਹਦੇ ਬਾਰੇ ਅਮਰ ਉਜਾਲਾ ਨੇ ਖਬਰ ਵੀ ਲਾਈ ਸੀਗੀ, ਭਾਸਕਰ ਨੇ ਖਬਰ ਵੀ ਲਾਈ ਸੀਗੀ, ਕੋਈ ਕਾਰਵਾਈ ਨਹੀਂ ਹੋਈ। ਨੰਬਰ 2 ਮੇਰਾ ਜਿਹੜਾ ਕੁਐਸਚਨ ਹੈ ਕਿ ਤੁਸੀਂ ਜਿਹੜੇ ਨਵੇਂ ਰੂਟ ਬੱਸ ਪਰਮਿਟ ਦੇਣੇ ਹੈਗੇ ਆ ਉਹਨਾਂ ਬਾਰੇ ਪਾਲਿਸੀ ਕਿਆ ਹੈ। ਨੰਬਰ 3 ਜਿਹੜੇ ਬੰਦੇ ਹੁਣ ਰੋਡਵੇਜ਼ ਦੇ ਕੰਡਕਟਰ ਡਰਾਈਵਰ ਹੈਗੇ ਜਿਹੜੇ ਉਹ ਮਤਲਬ ਹੁਣ ਆਊਟਸੋਰਸ ਦੇ ਚੱਲ ਰਹੇ ਕੰਟਰੈਕਟ ਤੇ ਚੱਲ ਰਹੇ ਹੈ ਉਹਨਾਂ ਬਾਰੇ ਕਿਆ ਕਰ ਰਹੇ ਹੈ। ਨੰਬਰ 4 ਤੁਹਾਡੇ ਜਿਹੜੇ ਤੁਸੀਂ ਕਹਿੰਦੇ GM ਨੂੰ ਪਾਰਟਨਰ ਕਾਰਖਾਨਾ ਦਿੱਤੀਆਂ GM ਜਿਹੜੇ ਹੈਗੇ ਅੱਧੇ GM ਜਿਹੜੇ ਤੁਹਾਡੇ ਆਫਿਸ ਸੈਟਿੰਗ ਕਰ ਰਹੇ ਹੈ ਕੋਈ ਉਹਨਾਂ ਨੂੰ ਅੱਗੇ ਨਹੀਂ ਕੋਈ ਇਹਨਾਂ ਦੀ ਪ੍ਰਮੋਸ਼ਨ ਨਹੀਂ ਹੈ ਕੋਈ ਨਵੇਂ ਨਹੀਂ ਲੱਗੇ। ਸੋ ਹੁਣ ਇੰਨਿਆਂ ਦਾ ਜਵਾਬ ਮੈਂ ਇਕੱਠਾ ਕਿਵੇਂ ਦੇਵਾਂਗਾ ਇੱਕ ਦਾ ਪੁੱਛਦੇ ਮੈਂ ਦੇ ਦਿੰਦਾ। ਜਿਹੜੀ ਤੁਸੀਂ 50 ਰੁਪਏ ਵਾਲੀ ਗੱਲ ਕੀਤੀ ਹੈ 100% ਸਾਡੇ ਇਹ ਗੱਲ ਧਿਆਨ 'ਚ ਨਹੀਂ ਸੀ। ਅਸੀਂ ਇਹਦੇ ਤੇ ਕਰਕੇ ਤੁਹਾਨੂੰ ਕਾਰਵਾਈ ਦੱਸ ਦਿਆਂ। ਜਿਹੜੀ ਚੰਡੀਗੜ੍ਹ ਪਲੇਟ ਵਾਲੀ ਚੰਡੀਗੜ੍ਹ ਜਿਹੜੀ ਪਲੇਟ ਵਾਲੀ ਗੱਲ ਹੈ ਤੁਸੀਂ 258 ਅਸੀਂ ਬੱਸਸ ਬੰਦ ਕੀਤੀਆਂ ਹੈ ਹੋ ਸਕਦਾ ਉਹਦੇ 'ਚ ਵੀ ਬਟ ਕੋਈ ਗੱਲ ਨਹੀਂ ਤੁਸੀਂ ਮੈਂ ਸਮਝ ਗਿਆ ਬਿਲਕੁਲ। ਉਹਨਾਂ ਨੂੰ ਤੁਹਾਨੂੰ ਦਿਖੂਗਾ ਕਿ ਇੱਕ ਅੱਧੇ ਦਿਨ 'ਚ ਹੀ ਉਹਨਾਂ ਤੇ ਕਾਰਵਾਈ ਹੁੰਦੀ ਤੁਹਾਨੂੰ ਨਜ਼ਰ ਆਏਗੀ ਔਰ ਤੁਹਾਨੂੰ ਤੁਸੀਂ ਆਪ ਕਹੋਗੇ ਕਿ ਹੋ ਗਈ ਹੈ। ਸਭ ਅਸੀਂ ਆਊਟਸੋਰਸ ਵਾਸਤੇ ਗੱਲ ਮੁੱਖ ਮੰਤਰੀ ਸਾਹਿਬ ਨੂੰ ਕਹੀ ਸੀ ਲੇਕਿਨ ਮੁੱਖ ਮੰਤਰੀ ਸਾਹਿਬ ਨੇ ਨਾਲੇ ਵੀ ਕਿਹਾ ਕਿ ਇਹਨਾਂ तमाम ਲੋਕਾਂ ਨੂੰ ਕੰਟਰੈਕਟ ਬੇਸਿਸ ਤੇ ਰੱਖ ਲਿਆ ਜਾਏ ਲੇਕਿਨ ਹਜੇ ਫਾਈਨਲ ਡਿਸੀਜਨ ਇਹਦੇ ਤੇ ਕੋਈ ਹੋਇਆ ਨਹੀਂ ਬਣ ਨਹੀਂ ਪਾਇਆ। ਮੈਂ ਉਹੀ ਕਹਿ ਰਿਹਾ ਮੇਰੀ ਸੁਣੋ ਗੱਲ। ਸਾਡੀ ਜਿਹੜੀ ਮੀਟਿੰਗ ਹੋਈ ਸੀ ਅੱਜ ਤੋਂ 7-8 ਦਿਨ ਪਹਿਲਾਂ ਹੋਈ ਸੀ ਉਸ ਦਿਨ ਉਹਨਾਂ ਨੇ ਇਹ ਗੱਲ ਕਹੀ ਸੀ। ਉਸ ਦਿਨ ਉਹਨਾਂ ਨੇ ਅਸੀਂ ਆਊਟਸੋਰਸ ਦੀ ਗੱਲ ਕੀਤੀ ਸੀ। ਉਹਨਾਂ ਨੇ ਸਾਨੂੰ ਕਿਹਾ ਸੀ ਯਾਰ ਛੱਡੋ ਇਹ ਆਊਟਸੋਰਸ ਦਾ ਕੰਮ ਜਦੋਂ ਲਾਉਣੇ ਹੈ ਤੇ ਫਿਰ ਕੰਟਰੈਕਟ ਬੇਸਿਸ ਤੇ ਲਾਓ।
ਸੋ ਅਸੀਂ ਇਹਦੇ ਬਾਰੇ ਜਿਹੜਾ ਫਾਈਨਲ ਚੱਲ ਰਿਹਾ 1-2 ਦਿਨਾਂ ਦੇ ਵਿੱਚ ਹੋ ਜਾਏਗਾ। ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਉਦਾਂ ਹੀ ਹੋਏਗਾ। ਉਹਨਾਂ ਦਾ ਜੋ ਉਹਨਾਂ ਨੇ ਕਿਹਾ ਕਿ ਆਊਟਸੋਰਸ ਨਹੀਂ ਕੰਟਰੈਕਟ ਹੀ ਰੱਖੇ ਜਾਣਗੇ। ਮਾਫੀਆ ਦੇ ਕੰਟਰੋਲ ਕੀਤਾ ਹੈ, ਪਰ ਮਾਫੀਆ ਬਿਨਾਂ ਅਫਸਰ ਸ਼ਾਇਦ ਤੋਂ ਨਹੀਂ ਚੱਲ ਸਕਦਾ। ਤੁਸੀਂ ਹਜੇ ਤੱਕ ਇੱਕ ਵੀ ਅਫਸਰ ਦਾ ਨਾਮ ਨਹੀਂ ਦੱਸਿਆ ਜਿਸ ਨੂੰ ਤੁਸੀਂ ਸਸਪੈਂਡ ਕੀਤਾ ਹੋਵੇ ਜਾਂ ਜਿਹਦੇ ਖਿਲਾਫ ਕਾਰਵਾਈ ਕੀਤੀ ਹੋਵੇ। ਮੈਂ ਤੁਹਾਨੂੰ ਇਹ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਲੈਟ ਮੀ ਚੈੱਕ ਕਿ ਕੀ ਹੋ ਰਿਹਾ। ਇਟਸ ਅ ਮੈਟਰ ਆਫ ਇਨਕੁਆਇਰੀ। ਮੈਂ 15 ਦਿਨਾਂ ਦੇ ਵਿੱਚ ਕੋਈ ਜਾਦੂਗਰ ਤਾਂ ਨਹੀਂ ਹੈ ਕਿ ਮੈਨੂੰ ਪਤਾ ਲੱਗੇ ਵੀ ਫਲਾਂ ਆਫੀਸਰ ਨੇ ਕੀ ਕੀਤਾ ਹੈ, ਪਰ ਬਿਲਕੁਲ 100% ਜਿਨ੍ਹਾਂ ਆਫੀਸਰ ਸਾਹਿਬਾਂ ਨੇ ਕੋਤਾਹੀ ਕੀਤੀ ਹੈ ਰੈਵਨਿਊ ਦੇ ਅੰਦਰ ਤੇ ਇਸ ਤਰ੍ਹਾਂ ਦੇ ਮਾਫੀਆ ਨੂੰ ਬੜਾਵਾ ਦੇਣ ਲਈ ਉਹਨਾਂ ਤੇ 100% ਕਾਰਵਾਈ ਹੁੰਦੀ ਨਜ਼ਰ ਆਏਗੀ। ਤੁਸੀਂ ਮਾਫੀ ਮੰਗੀ 4.5 ਸਾਲ ਦੀ, ਤੁਹਾਨੂੰ ਲੱਗਦਾ ਕਿ ਤੁਹਾਡੇ ਤੋਂ ਪਹਿਲੇ 2 ਮਿਨਿਸਟਰ ਰਹੇ ਨੇ, ਕਿ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ? ਮੈਂ ਉਹਨਾਂ ਮਿਨਿਸਟਰ ਦੀ ਕਿਉਂਕਿ ਪਤਾ ਨਹੀਂ ਉਹਨਾਂ ਮਿਨਿਸਟਰ ਦੇ ਵਿਚਾਰਿਆਂ ਦੇ ਕੀ ਹੱਥ ਬੰਦੇ ਸਨ। ਉਹਨਾਂ ਤੋਂ ਮੈਂ ਦੱਸਦਾ ਕਿ ਸਾਡੇ ਜੇ ਚੀਫ ਮਿਨਿਸਟਰ ਕੰਪਰੋਮਾਈਜ਼ਿੰਗ ਚੀਫ ਮਿਨਿਸਟਰ ਹੋ ਜਾਣ ਤਾਂ ਫਿਰ ਉਹ ਕੀ ਕਰ ਸਕਦੇ ਨੇ। ਲੇਕਿਨ ਇਹਦੇ ਨਾਲ ਮੈਂ ਸਮਝਦਾ ਕਿ ਚੰਨੀ ਸਾਹਿਬ ਦਾ ਸਾਨੂੰ ਬੜਾ ਵੱਡਾ ਸਹਿਯੋਗ ਮਿਲਿਆ, ਜਿਨ੍ਹਾਂ ਨੇ ਕਿਹਾ ਕਿ ਮਾਫੀਆ ਖਤਮ ਕਰਨਾ ਹੈ ਤੇ ਉਹ ਅਸੀਂ ਖਤਮ ਕਰ ਰਹੇ ਹਾਂ। ਮੈਂ ਉਹਨਾਂ ਬਾਰੇ ਮਾਫੀ ਉਹ ਮੰਗਣੀ ਹੈ ਨਹੀਂ ਮੰਗਣੀ ਉਹ ਉਹਨਾਂ ਨੇ ਦੇਖਣਾ ਕਿ ਉਹਨਾਂ ਨੇ ਕੀ ਕਰਨਾ। ਆਫ ਕੋਰਸ ਵੱਡਾ ਸਵਾਲ ਇਹ ਹੈ ਕਿ ਤੁਸੀਂ ਦਾਅਵਾ ਕੀਤਾ ਸੀ ਕਿ ਟਰਾਂਸਪੋਰਟ ਮਾਫੀਆ ਖਤਮ ਕਰਨਾ, ਤੁਸੀਂ ਇੱਕ ਦਿਨਾਂ ਦਾ ਵੇਰਵਾ ਦਿੱਤਾ ਆਪਣਾ ਸਾਰਾ, ਤਾਂ ਲੱਗਦਾ ਕਿ ਦਿਲ ਤੇ ਹੱਥ ਰੱਖ ਕੇ ਕਹਿ ਸਕਦੇ ਕਿ ਮਾਫੀਆ ਖਤਮ ਹੋ ਗਿਆ ਜਾਂ ਉਸ ਤਰ੍ਹਾਂ ਪੈ ਗਿਆ? ਕੋਈ ਵੀ ਕਦਮ ਕੋਈ ਵੀ ਚੀਜ਼ ਸਮਾਪਤ ਕਰਨ ਵੇਲੇ ਅਗਰ ਮੇਰੇ ਖਿਆਲ ਤੁਸੀਂ ਘਰ ਨੂੰ ਰੋਗਨ ਵੀ ਕਰੋ ਤਾਂ ਤੁਹਾਨੂੰ ਮੇਰੇ ਖਿਆਲ ਮਹੀਨਾ ਕੁ ਲੱਗ ਜਾਂਦਾ ਹੈ। ਸੋ ਇਟਸ ਅ ਸ਼ੁਰੂਆਤ ਸਟਾਰਟਿੰਗ ਹੋਈ ਹੈ। 100% ਮਾਫੀਆ ਖਤਮ ਦੀ ਗੱਲ ਨਹੀਂ ਮੈਂ ਕੀਤੀ ਤੁਹਾਨੂੰ, ਮੈਂ ਕਿਹਾ ਮਾਫੀਆ ਦਾ ਅੰਤ ਹੋਣਾ ਸ਼ੁਰੂ ਹੋ ਗਿਆ ਹੈ। ਇਸੇ ਕਾਰਨ ਕਰਕੇ ਰੈਵਨਿਊ ਦੇ ਵਿੱਚ ਵਾਧਾ ਹੋਇਆ ਹੈ। ਇਸੇ ਕਰਕੇ ਜਿਹੜੇ ਟਰਾਂਸਪੋਰਟਰਸ ਆ ਉਹ ਭੱਜੇ ਫਿਰਦੇ ਆ। ਹਜੇ ਤਾਂ ਸਾਡੇ ਹੋਰ ਬੜੇ ਕੰਮ ਕਰਨ ਵਾਲੇ ਆ। ਤੁਸੀਂ ਦੇਖੋਗੇ ਕਿ ਜਦੋਂ ਅਸੀਂ ਉਹ ਕੰਮ ਕਰ ਲਾਂਗੇ ਜਿਹੜੇ ਹੋਰ ਕਰਨੇ ਆ ਅਗਲੇ 21 ਦਿਨਾਂ ਬਾਅਦ ਤੁਹਾਨੂੰ ਫਿਰ ਅਸੀਂ ਪ੍ਰੈਸ ਕਾਨਫਰੰਸ ਦੇ ਰਾਹੀਂ ਦੱਸਾਂਗੇ ਤੇ ਤੁਸੀਂ ਆਪ ਕਹੋਗੇ ਕਿ ਬਿਲਕੁਲ ਟਰਾਂਸਪੋਰਟ ਮਾਫੀਆ ਔਰ ਪਬਲਿਕ ਕਹੇਗੀ ਜਿੰਨਾ ਚਿਕਰ ਹਰ ਵਿਅਕਤੀ ਬੱਸ ਤੇ ਚੜਨ ਵਾਲਾ ਤੇ ਟਰਾਂਸਪੋਰਟਰ ਇਹ ਗੱਲ ਨਹੀਂ ਕਹੇਗਾ ਕਿ ਮਾਫੀਆ ਦਾ ਖਤਮ ਹੋ ਗਿਆ ਹੈ, ਉਹਨਾਂ ਚਿਕਰ ਮੈਂ ਮੰਨਾਂਗਾ ਨਹੀਂ ਕਿ ਮਾਫੀਆ ਖਤਮ ਹੋ ਗਿਆ। ਔਰ ਇਹ ਗੱਲ ਬਿਲਕੁਲ ਸਮਾਂ ਬੜਾ ਸਾਡੇ ਕੋਲ ਬੜਾ ਘੱਟ ਹੈ। ਲੇਕਿਨ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਆਉਣ ਵਾਲੇ ਹੋਰ 20-25 ਦਿਨਾਂ ਤੱਕ ਲੋਕ ਇਹ ਗੱਲ ਕਹਿਣਗੇ ਕਿ ਮੁਕੰਮਲ ਮਾਫੀਏ ਤੇ ਨੱਥ ਪਾ ਲਈ ਗਈ। कैलाश यार मेरा आप विधानसभा में भी टाइम टेबल को लेकर के बहुत ज्यादा बोलते रहे। जब रजिया सुल्ताना वहां पे बैठती थी आप ये कहते थे कि टाइम टेबल नहीं बना है। आपने 22 दिन का अपना वो किया, लेकिन एक बार भी आपने टाइम टेबल को लेकर के कोई दिन नहीं किया। ये टाइम टेबल कब तक बन जाएगा या कब तक सुधार होगा? कैलाश जी बहुत सी टेक्निकल हिचेस थी जो हमने दूर कर ली है क्योंकि टाइम टेबल बनाना फिर लोग कोर्ट चले जाते हैं, बहुत से लोग कोर्ट गए। हम नहीं चाहते कि कोई भी किसी के साथ भी कोई किसी प्रकार का अन्याय हो। हम चाहते हैं चाहे कोई प्राइवेट प्लेयर्स हैं चाहे कोई सरकारी हैं, सबको उसमें टाइम टेबल में जगह मिले और एक जैसी मिले। ऐसा नहीं हो कि जैसे माफिया के 10 मिनट और किसी के 2 मिनट, कोई छोटा ऑपरेटर है तो उसके 1.5 मिनट और बड़ा ऑपरेटर है तो उसके 7 मिनट। बिल्कुल उसके ऊपर हम पूरन काम कर रहे हैं। आने वाले दिनों में जब मैं प्रेस कॉन्फ्रेंस करूंगा तो तब ये प्राप्ति भी गिनाऊंगा। मेरे को उम्मीद है कि टाइम टेबल बन चुका है। ਇਸ ਤਰ੍ਹਾਂ ਦੀ ਮੀਟਿੰਗ ਨੂੰ ਕਵਰ ਕੀਤਾ ਹੈ ਜਿਨ੍ਹਾਂ 'ਚ ਸਰਵੇ ਹੁੰਦੇ ਸੀ ਔਰ ਉਦੋਂ ਵੀ ਟਾਈਮ ਟੇਬਲ ਦੀ ਗੱਲ ਹੁੰਦੀ ਸੀ ਵੀ ਜੇ 3 ਸਾਲ ਤੋਂ ਇਹ ਕਰੀਬ ਦਾ ਸਮਾਂ ਲੰਘ ਗਿਆ ਤਾਂ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਤੁਸੀਂ ਕਹਿੰਦੇ ਪਹਿਲਾਂ ਹੱਥ ਬੰਨੇ ਹੋਏ ਸੀ ਉਹ ਖੁੱਲ ਗਿਆ ਤੇ ਹੁਣ ਸਪੀਡ ਨਾਲ 2 ਮਹੀਨਿਆਂ 'ਚ टाइम नॉट 2 महीने महीने तो पहला टाइम टेबल बनया होगा। जल्दी मेरा ख्याल हो रही काम चल रहा है। ਜਿਹੜੀ ਨਵੀਂ ਪਾਲਿਸੀ ਪਰਮਿਟਸ ਲੈਣ ਨੂੰ ਉਹ ਦਿੱਤੀ ਉਹਨਾਂ ਦੇ ਵਿੱਚ ਕੰਡਮ ਬੱਸਾਂ ਜਿਹੜੀਆਂ ਹੈਗੀਆਂ ਜਿਹੜੇ ਮਾਲਕ ਆ ਉਹਨਾਂ ਵੱਲੋਂ ਲਾਈਆਂ ਜਾਂਦੀਆਂ। ਬਹੁਤ ਸਾਰੇ ਹਾਦਸੇ ਵੀ ਬੱਚਿਆਂ ਦੇ ਹੋਏ ਆ। ਕੀ ਤੁਸੀਂ ਜਿਹੜੇ ਹੈਗੇ ਆ ਕੰਡਮ ਬੱਸਾਂ ਜਿਹੜੀਆਂ ਨਕਾਰੀਆਂ ਗਈਆਂ ਨੇ ਉਹਨਾਂ ਵੱਲ ਵੀ ਉੱਥੇ ਸਕੂਲਾਂ ਵੱਲ ਵੀ ਵਿਜ਼ਿਟ ਕਰੋਗੇ ਜਿਵੇਂ ਹੁਣ ਜਿਹੜਾ ਹੈਗਾ? ਜੀ ਹਜੇ ਤੱਕ ਨਹੀਂ ਕੀਤਾ ਲੇਕਿਨ ਬਹੁਤ ਵੱਡਾ ਮੁੱਦਾ ਹੈ। ਤੁਸੀਂ ਜਿਹੜੀ ਗੱਲ ਕਹੀ ਹੈ ਸ਼ਿਵਾ ਜੀ, ਆਈ ਥਿੰਕ ਬਿਲਕੁਲ ਜਿਹੜੀਆਂ ਸਕੂਲਾਂ ਦੇ ਵਿੱਚ ਕੰਡਮ ਬੱਚਿਆਂ ਕੋਈ ਨਾ ਕੋਈ ਹਾਦਸਾ ਹੋ ਸਕਦਾ, ਜਿਹੜੀਆਂ ਨੋਰਮਸ ਤੋਂ ਬਿਨਾ ਕੰਡੀਸ਼ਨਸ ਤੋਂ ਬਿਨਾ ਚੱਲਦੀਆਂ ਉਹਨਾਂ ਨੂੰ ਬਿਲਕੁਲ ਅਸੀਂ ਬੰਦ ਕਰਾਂਗੇ। ਉਹ ਨਹੀਂ ਚੱਲਣ ਦਿਆਂਗੇ। ਕਿੰਗ ਪਿਨ ਮੇਰਾ ਖਿਆਲ ਹੁਣ ਤੱਕ ਤਾਂ ਦੂਰ ਹੀ ਸੀਗਾ ਲੇਕਿਨ ਹੁਣ ਬੜਾ ਨੇੜੇ ਹੈ। ਤੁਸੀਂ ਕਿੰਗ ਪਿਨ ਮੇਰਾ ਮਤਲਬ ਇਹ ਨਹੀਂਗਾ ਕਿ ਬਾਦਲ ਸਾਹਿਬ ਨੂੰ ਫੜ ਕੇ ਅੰਦਰ ਦੇਣਾ ਹੈ।
ਤੁਸੀਂ ਜਿੰਨੀਆਂ ਅੱਜ ਟ੍ਰਾਂਸਪੋਰਟ ਕੋਈ ਇਹਨਾਂ ਦੀ 14.5 ਸਾਲਾਂ ਦੇ ਵਿੱਚ ਟੈਕਸ ਦੇ ਜਾਂ ਨਿਯਮਾਂ ਦੀ ਉਲੰਘਣਾ ਦੇ ਕਾਰਨ ਬਾਦਲ ਦੀ ਇੱਕ ਬੱਸ ਬੰਦ ਨਹੀਂ ਹੋਈ। ਕਿਸੇ ਬੰਦੇ ਨੇ ਜ਼ਰੂਰਤ ਨਹੀਂ ਕੀਤੀ ਕਿ ਉਹਨਾਂ ਦੀ ਬੱਸ ਨੂੰ ਹੱਥ ਲਾਉਣ ਦੀ। ਅੱਜ ਉਹਨਾਂ ਦੀਆਂ ਬੱਸਾਂ ਜਾਨ ਵੈਂਡੇਟਾ ਨਹੀਂ ਹੈ, ਵਿਦਆਊਟ ਟੈਕਸ, ਜਿਹੜੀਆਂ ਕਿ ਨॉर्म्स ਫੁੱਲਫਿਲ ਨਹੀਂ ਕਰਦੀਆਂ, ਚਾਹੇ ਉਹ ਰਾਜਧਾਨੀ ਹੈ, ਚਾਹੇ ਉਹ ਤਾਜ ਹੈ, ਚਾਹੇ ਸਵਾਗਤਮ ਹੈ, ਚਾਹੇ ਆਰਬਿਟ ਹੈ। ਔਰ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਹੁਣ ਲੋਕ ਉਹ ਇਹ ਸ਼ਰਮ ਮਹਿਸੂਸ ਕਰਨ ਲੱਗ ਪਏ ਹੈ ਕਿ ਆਪਦੀਆਂ ਬੱਸਾਂ ਦੇ ਪਿੱਛੇ ਉਹਨਾਂ ਨੇ ਰੰਗ ਪੇਂਟ ਕਰ ਦਿੱਤਾ ਕਿ ਇਹ ਆਰਬਿਟ ਐਵੀਏਸ਼ਨ ਨਹੀਂ ਹੈ। ਪਰ ਜਦੋਂ ਉਹ ਪਤਾ ਲੱਗਦਾ ਉਹਦੀ ਕਾਪੀ ਕਾਗਜ਼ ਤੋਂ ਤਾਂ ਪਤਾ ਲੱਗਦਾ ਕਿ ਆਰਬਿਟ ਵਾਲਿਆਂ ਦੀ ਹੈ, ਡੱਬ ਵਾਲੀ ਦੀ ਹੈ। ਸੋ ਇਹ ਤਾਂ ਕਾਰਵਾਈ ਉਹਨਾਂ ਤੇ ਹੋ ਰਹੀ ਹੈ। ਉਹ ਕਿੰਗ ਪਿਨ ਹੈ ਜਿਹੜੇ, ਉਹਨਾਂ ਤੇ ਮੁਕੰਮਲ ਕਾਰਵਾਈ ਹੋ ਰਹੀ ਹੈ। ਮੇਰਾ ਮਤਲਬ ਇਹ ਨਹੀਂ ਹੈ ਕਿ ਕਿੰਗ ਪਿਨ ਹੈ ਤਾਂ ਉਹਨਾਂ ਨੂੰ, ਹਾਂ ਜਿਹੜਾ ਉਹਨਾਂ ਨੇ ਟੈਕਸ ਚੋਰੀ ਕੀਤਾ ਹੈ ਜਾਂ ਉਹ ਪੈਸਾ ਇਦਾਂ ਉਦਾਂ ਕੀਤਾ, ਉਹਦੀ ਇਨਕੁਆਇਰੀ ਕਰਕੇ ਬਿਲਕੁਲ ਅਸੀਂ ਅੰਤਿਮ ਕੜੀ ਤੱਕ ਔਰ ਅੰਤਿਮ ਉਸ ਮੰਜ਼ਿਲ ਤੱਕ ਪਹੁੰਚਾਂਗੇ। ਬਿਲਕੁਲ ਕੇਜਰੀਵਾਲ ਸਾਹਿਬ ਇੱਥੇ ਆ ਕੇ ਗੱਲ ਕੁਝ ਹੋਰ ਕਹਿੰਦੇ ਆ, ਪੰਜਾਬ ਦੀ ਗੱਲ ਕਰਦੇ ਆ ਕਿ ਮੈਂ ਪੰਜਾਬ ਦੇ ਹਿੱਤ ਦੀ ਗੱਲ ਕਰਦਾ, ਮੈਨੂੰ ਪੰਜਾਬੀ ਨਾਲ ਪਿਆਰ ਹੈ, ਪੰਜਾਬੀ ਲੋਕਾਂ ਨਾਲ ਪਿਆਰ ਹੈ। ਲੇਕਿਨ ਤੁਸੀਂ ਦੇਖਿਆ ਹੋਣਾ ਹੈ ਪਿਛਲੇ ਕਈ ਸਮੇਂ ਤੋਂ, ਮੇਰੇ ਖਿਆਲ 2 ਸਾਲ ਹੋ ਗਏ, ਸਾਡੇ ਪਹਿਲੇ ਵਾਲੇ ਮਿਨਿਸਟਰ ਸਾਹਿਬਾਨ ਨੇ ਵੀ ਵਾਰ-ਵਾਰ ਚਿੱਠੀ ਲਿਖਣ ਦੇ ਬਾਵਜੂਦ ਵੀ, ਕਿਉਂਕਿ ਜਿਹੜੀਆਂ ਸਾਡੀਆਂ ਬੱਸਿਸ ਹੈ ਉਹ ISBT ਤੱਕ ਹੀ ਜਾਂਦੀਆਂ, ਜਿਹੜੀਆਂ ਪ੍ਰਾਈਵੇਟ ਪਲੇਅਰਸ ਦੀਆਂ ਬੱਸਿਸ ਹੈ ਉਹਨਾਂ ਨੂੰ ਇਜਾਜ਼ਤ ਦਿੱਤੀ ਹੈ ਕਿ ਤੁਸੀਂ 에ਅਰਪੋਰਟ ਤੱਕ ਜਾ ਸਕਦੇ ਹੋ। ਇਸੇ ਕਰਕੇ ਸਾਨੂੰ ਰੈਵਨਿਊ ਲਾਸ ਵੀ ਹੋ ਰਿਹਾ, ਕਿਉਂਕਿ ਜਿਹੜਾ 에ਅਰਪੋਰਟ ਤੇ ਜਾਣ ਵਾਲਾ ਵਿਅਕਤੀ ਉਹ ISBT ਉਤਰ ਕੇ ਫਿਰ ਦੁਬਾਰਾ ਬੱਸ ਕਿਉਂ ਲਏਗਾ। ਸੋ ਵਾਰ-ਵਾਰ ਚਿੱਠੀ ਲਿਖਣ ਦੇ ਬਾਵਜੂਦ ਵੀ ਟਾਈਮ ਨਹੀਂ ਦਿੱਤਾ ਜਾ ਰਿਹਾ। ਮੈਂ ਹੁਣ ਫਿਰ ਚਿੱਠੀ ਲਿਖੀ ਸੀ ਉਹਨਾਂ ਨੂੰ, ਲੇਕਿਨ ਕੋਈ ਜਵਾਬ ਨਹੀਂ ਆਇਆ। 2 ਵਾਰੀ ਟਵੀਟ ਵੀ ਕਰ ਚੁੱਕੇ ਹਾਂ, ਅਸੀਂ ਭੇਜ ਵੀ ਚੁੱਕੇ ਹਾਂ ਆਪਦੀ ਲੈਟਰ, ਡੀਓ ਲੈਟਰ। ਸੋ ਦੇਖਦੇ ਹਾਂ, ਬਟ ਉਹਨਾਂ ਨੂੰ ਮਿਲਣ ਦਾ ਸਮਾਂ ਮੰਗ ਰਹੇ ਹੈ, ਬਟ ਬੱਸ ਤਾਂ ਉਹਨਾਂ ਨੂੰ ਚਲਾਉਣੀ ਪਏਗੀ, ਬੱਸ ਚਲਾਉਣੀ ਪਏਗੀ। ਤੁਸੀਂ ਕਰ ਚੁੱਕੇ ਹੋ ਸਵਾਲ। ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਐਡਵਰਟਾਈਜ਼ਮੈਂਟਸ ਨੇ ਜਿਹੜੀਆਂ ਬੱਸਾਂ ਦੇ ਉੱਤੇ ਖਤਮ ਕਰ ਦਿੱਤੀਆਂ ਗਈਆਂ ਨੇ, ਉਹ ਇੱਕ ਚੰਗਾ ਫੈਸਲਾ, ਪਰ ਇਸ ਦੇ ਨਾਲ ਹੀ ਜਿਹੜੀਆਂ ਮਹਿਲਾਵਾਂ ਬੱਸਾਂ ਦੇ ਵਿੱਚ ਸਫ਼ਰ ਕਰਦੀਆਂ ਨੇ, ਜਦੋਂ ਸਮਟਾਈਮ ਰਾਤ ਨੂੰ ਆਉਂਦੀਆਂ ਨੇ ਤੇ ਕਈ ਵਾਰੀ ਬੱਸਾਂ ਦੇ ਵਿੱਚ ਜਿਹੜੇ ਨੇ ਕੁਝ ਇੱਕ ਲੱਚਰ ਗੀਤ ਚੱਲ ਰਹੇ ਹੋਣੇ, ਜਿਸ ਦੇ ਚੱਲਦੇ ਹੋਏ ਅਸੁਰੱਖਿਅਤ ਮਹਿਸੂਸ ਕਰਦੀਆਂ ਨੇ। ਮਾਫੀ ਚਾਹੁੰਦਾ, ਮੈਂ ਤੁਹਾਨੂੰ ਦੱਸ ਨਹੀਂ ਸਕਿਆ, ਲੇਕਿਨ 2 ਦਿਨ ਪਹਿਲਾਂ ਹੀ ਸ਼ਿਵਾ ਪ੍ਰਸਾਦ ਜੀ ਨੇ ਥੱਲੇ ਇੰਸਟਰਕਸ਼ਨ ਦੇ ਦਿੱਤੀਆਂ ਗਈਆਂ ਹੈ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਲੱਚਰ ਗੀਤ ਉਹ ਬੱਸਿਸ ਦੇ ਵਿੱਚ, ਸਾਡੀਆਂ ਬੱਸਿਸ ਦੇ ਵਿੱਚ ਨਹੀਂ ਚੱਲੇਗਾ। ਹਾਂਜੀ ਨਹੀਂ ਜੀ, ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖਦੀ ਹੈ। ਮੇਰਾ ਖਿਆਲ ਜਦੋਂ ਮੁੱਖ ਮੰਤਰੀ ਦੇ ਸਾਰਾ ਕੁਝ ਉਹਨਾਂ ਦੇ ਨਾਲ ਹੀ ਆ ਜਾਂਦਾ ਹੈ, ਸੋ ਚੀਫ ਮਿਨਿਸਟਰ ਨੂੰ ਲਿਖੇ। ਸਵਾਲ ਕੀਤਾ ਸੀ ਕਿ ਬੱਸ ਅੱਡੇ ਤੇ ਜ਼ਰੂਰ ਵਾਸ਼ਰੂਮ ਵਗੈਰਾ ਹੈਗੇ ਨੇ, ਪਰ ਬੱਸ ਸਟੈਂਡ ਤੇ ਬਹੁਤ ਘੱਟ ਨੇ, ਬਹੁਤ ਸਾਰੀਆਂ ਮਹਿਲਾਵਾਂ ਨੂੰ ਉੱਥੇ ਤੰਗੀ ਹੁੰਦੀ ਹੈ। ਸਰ 400 ਕਰੋੜ ਰੁਪਏ ਜਿਹੜਾ ਹੁਣ ਲਾ ਰਹੇ ਹੈ, ਉਹਦੇ ਵਿੱਚ ਮੇਨ ਏਜੰਡਾ ਇਹ ਵੀ ਹੈਗਾ, 400 ਕਰੋੜ ਰੁਪਏ ਜਿਹੜਾ ਲਾ ਰਹੇ ਹੈ ਕਿ ਬਿਲਕੁਲ ਤੁਸੀਂ ਦੇਖੋਗੇ ਕਿ ਵਾਸ਼ਰੂਮਸ ਵਗੈਰਾ ਮੈਂ ਆਪ ਵਿਜ਼ਿਟ ਕਰ ਰਹੇ ਹਾਂ, ਔਰ ਜਿੱਥੇ ਜਿੱਥੇ ਦਿੱਕਤ ਹੈਗੀਆਂ ਉੱਥੇ ਅਸੀਂ ਮਿਊਨਿਸਪਲ ਕਮੇਟੀ, ਈਵਨ ਪਟਿਆਲਾ ਸੀ ਮੇਅਰਸ ਦੀ ਡਿਊਟੀ ਲਾਈ ਹੈ, ਅੰਮ੍ਰਿਤਸਰ ਲਾਈ ਹੈ, ਉਹਨਾਂ ਨੂੰ ਅਸੀਂ ਜਲਦ ਪੂਰਾ ਕਰ ਦਿਆਂਗੇ, ਜਿਹੜਾ ਅਸੀਂ 5-7 ਦਿਨਾਂ 'ਚ ਟੈਂਡਰ ਲਾ ਦਿਆਂਗੇ ਤੇ ਉਹ ਸਾਰਾ ਕੁਝ ਹੋਏਗਾ ਜਿਹੜਾ ਤੁਸੀਂ ਕਹਿ ਰਹੇ ਹੋ ਵਾਸ਼ਰੂਮਸ ਵਗੈਰਾ। ਸਾਹਿਬ ਦੀ ਗੱਲ ਕੀਤੀ, ਦਰਬਾਰ ਸਾਹਿਬ ਅੰਮ੍ਰਿਤਸਰ ਇੱਕ ਅਜਿਹਾ ਬੱਸ ਸਟੈਂਡ ਹੈ ਜਿੱਥੇ ਬਹੁਤ ਸੈਲਾਨੀ ਵੀ ਆਉਂਦੇ ਨੇ, ਪੰਜਾਬ ਦੇ ਲੋਕ, ਇੰਟਰਨੈਸ਼ਨਲ ਲੈਵਲ ਦੇ ਉੱਤੇ ਲੋਕ ਆਉਂਦੇ ਨੇ। ਖਾਸ ਕੁਝ ਦਰਬਾਰ ਸਾਹਿਬ ਜਿਹੜਾ ਅੰਮ੍ਰਿਤਸਰ ਜਿਹੜਾ ਹੈਗਾ ਉੱਥੇ ਬੱਸ ਸਟੈਂਡ ਦੇ ਲਈ ਕੀ ਕੁਝ ਖਾਸ ਸੋਚਿਆ ਦੇ ਬਾਰੇ? ਸੋ ਬੱਸ ਸਟੈਂਡ ਦਾ ਅਸੀਂ ਜੀ ਕੁਝ ਨਵੀਨੀਕਰਨ ਕਰ ਰਹੇ ਹਾਂ, ਉਹਦੀ ਵਰਕਸ਼ਾਪ ਵਗੈਰਾ ਅਸੀਂ ਉਹਦੇ ਅਸੀਂ 21 ਕਰੋੜ ਰੁਪਏ ਰੱਖਿਆ। ਸੋ ਬਿਲਕੁਲ ਉਹਨੂੰ ਮੈਂ ਜਾ ਕੇ ਵੀ ਆਏ, ਜਿਹੜੀਆਂ ਉਹਦੇ 'ਚ ਕਮੀਆਂ ਉਹਦੇ 'ਚ ਦੂਰ ਕਰ ਰਹੇ ਹਾਂ। ਇਹੀ ਸਾਡੇ ਜਿਹੜਾ 400 ਕਰੋੜ ਰੁਪਏ ਦੇ ਰਾਹੀਂ ਉਹਨੂੰ ਠੀਕ ਕਰ ਰਹੇ ਹਾਂ। ਤੁਹਾਡੀ ਸਰਕਾਰ ਦਾ ਤੁਹਾਡੇ ਇੰਜਨਾਂ ਦਾ ਜਿਹੜਾ ਇਸ ਵੇਲੇ ਸਿੱਧੇ ਤੌਰ ਤੇ ਮੁਲਾਂਕਣ ਜਿਹੜਾ ਤੁਸੀਂ ਕਰ ਰਹੇ ਹੋ, ਉਹ 49 ਦਿਨ ਦੀ ਸਰਕਾਰ ਨਾਲ ਹੋਣ ਲੱਗ ਪਿਆ ਵੀ ਕੇਜਰੀਵਾਲ ਦੀ 49 ਦਿਨ ਦੀ ਸਰਕਾਰ ਬਣੀ ਸੀ, ਉਹ ਤੀਜੀ ਵਾਰ ਮੁੱਖ ਮੰਤਰੀ ਬਣ ਗਏ। ਤੁਸੀਂ ਲੱਗਦਾ ਕਿ ਤੁਹਾਨੂੰ 21 ਦਿਨਾਂ ਦੇ ਵਿੱਚ ਉਨੇ ਕੰਮ ਕਰ ਲਈ ਜਾਂ ਆਉਣ ਵਾਲੇ ਦਿਨਾਂ ਵਿੱਚ ਉਨੇ ਕੰਮ ਕਰ ਲੂਗੇ ਕਿ ਦੁਬਾਰਾ ਸਰਕਾਰ ਤੁਹਾਡੀ ਬਣ ਜਾਵੇ? ਦੇਖੋ ਜੀ, ਕੰਮ ਹਮੇਸ਼ਾ ਜੇ ਤੁਸੀਂ ਆਖੋਗੇ ਕਿ ਸਾਰੇ ਹੋ ਗਏ ਤਾਂ ਫਿਰ ਮੈਨੂੰ ਲੱਗਦਾ ਕਿ ਇਹ ਸਹੀ ਗੱਲ ਨਹੀਂ ਹੋਏਗੀ। ਬੜੇ ਕੰਮ ਅਧੂਰੇ ਵੀ ਹੈ, ਲੇਕਿਨ ਸਾਨੂੰ ਲੋੜ ਹੈ ਕਿ ਅਸੀਂ ਬੜੀ ਤੇਜ਼ੀ ਨਾਲ ਲੱਗੇ ਹੋਏ ਹਾਂ, ਸਮਾਂ ਬੜਾ ਘੱਟ ਹੈ, ਲੇਕਿਨ ਸਾਨੂੰ ਉਮੀਦ ਹੈ ਕਿ तमाम ਉਹ ਗੱਲਾਂ ਅਸੀਂ ਜਿਹੜੀਆਂ ਦੀ ਲੋਕਾਂ ਦੀ ਉਮੀਦ ਹੈ ਸਾਡੇ ਤੋਂ, ਉਹ ਅਸੀਂ ਪੂਰੀਆਂ ਕਰ ਲਵਾਂਗੇ। मेरा सवाल पंजाब की राजनीति को लेकर है। तो कैप्टन अमरिंदर सिंह द्वारा नई पार्टी बनाने का ऐलान किया गया है और कहा गया है जो 1 साल से किसान अपने अस्तित्व की लड़ाई लड़ रहे हैं, उनको भी जल्दी उनके लिए काम किया जाएगा। क्या ये पंजाब सरकार की तरफ निशाना है कि वो विफल रही है उनको उनके हक दिलाने के लिए? ये अमरिंदर सिंह कह रहे हैं जी, उनके जो मीडिया सलाहकार है उन्होंने ट्वीट करके कहा है। तो मीडिया सलाहकार भी अमरिंदर सिंह ही कह रहे हैं, मतलब सर, उनके द्वारा हाँ, इट्स वन एंड द सेम थिंग।
लेकिन मुख्यमंत्री होकर अगर आप काम नहीं करवा पाए, आपका फर्ज बनता था, आपका कर्तव्य बनता था कि बीइंग ए चीफ मिनिस्टर ऑफ पंजाब, आज अमित शाह के साथ या मोदी जी के साथ ऐसी क्या सांठगांठ होगी कि आज वो तैयार होंगे कि हम किसानों के मुद्दे हल कर देंगे। जब 4.5 साल आप मुख्यमंत्री रहे तब आपने हाथ खड़े कर दिए कि वो मान नहीं रहे हैं। इसका मतलब मैंने पहले ही कह चुका हूं कि ये कॉम्प्रोमाइज, जो वर्ड मैंने कहा है कॉम्प्रोमाइज मुख्यमंत्री, ये पहले ही कहीं ना कहीं बात हो चुकी थी कि 5 साल हम पूरे करेंगे तब मैं आपसे बातचीत करूंगा, नई पार्टी घोषित करेंगे और आप ये किसानी मुद्दों को हल करना। और मैं कहूंगा कि मैं बहुत बड़ा किसानों के लिए मसीहा हूं, लेकिन किसान जानते हैं कि 6.5-7 महीनों पे से वो बॉर्डर पे बैठे हैं, 650 के करीब लोगों की जान जा चुकी है। अब ऐसा कुछ करने से कोई फायदा नहीं है, ये उनका हक है। और मैं समझता हूं कहीं ना कहीं अमरिंदर सिंह जी अगर ये बात कह रहे हैं तो जनता ये भी उनसे पूछना चाहती है कि आज मसले हल की बात क्यों कर रहे हैं, आपने 4.5 साल हमारी बातचीत क्यों नहीं की। मुख्यमंत्री चरणजीत सिंह चन्नी की कारगुजारी पर सवालिया निशान खड़े कर रहे हैं, इसको लेकर आपका क्या? मेरे को तो नहीं लगता कि उन्होंने कभी भी सवाल नहीं, वो 13 पॉइंट एजेंडा की उन्होंने बात की है, वो कांग्रेस पार्टी के वादे थे, मैनिफेस्टो में लिखा था, लेकिन कहीं उन्होंने कोई डायरेक्टली ये नहीं कहा कि मेरे को किसी की कार्यकारी पर कोई शक है। उन्होंने ये कहा है बार बार कि ये 13 पॉइंट एजेंडा है, इस पे काम करने की जरूरत है, ये कुछ एजेंडों पे काम हो रहा है, इन पे वो बार बार जो बंदा एज ए पीसीसी प्रेसिडेंट, ऐसे हमारी पार्टी के अध्यक्ष होने के नाते बार बार मेरे को बताना कि भाई 13 काम ट्रांसपोर्ट माफिया को खत्म करना है, तो मेरे को नहीं लगता कि इसमें कोई नोक जोक है। तो प्रधान जी तो काम कर रहे हैं भैया। अरे कांग्रेस अब ये बिल्कुल अब ये बात नहीं, वो फिर नई बात, नए मिनिस्टर्स आ गए, अब नया रोस्टर जारी होगा। हम काम सब लोग कर रहे हैं, प्रधान जी वहां काम करें या घर से करें या कमरे से करें, प्रधान जी तो प्रधान जी ने काम करना है, काम होना चाहिए। कांग्रेस काम कर रही है कि नहीं कर रही? उन्होंने कहा था कि 15 अगस्त से उनका बिस्तर वहां पर लगेगा, बिस्तर लगा हुआ है, नवजोत सिंह सिद्धू वहां पहुंचते। तो यार बिस्तर उन्होंने सुनिए बिस्तर उन्होंने लगाया था। और सिद्धू साहब जिस तरीके से पंजाब के लोगों के बीच गए, मैं समझता हूं कि आज से पहले कोई अध्यक्ष ऐसे नहीं गया। कैसे एक्सीडेंट वाले लोगों के पास पहुंचे, कैसे वो सुसाइड हुआ वहां पहुंचे, कोई खबर मिली वहां पहुंचे। ठीक है, किसी चीज को लेकर कोई मतभेद थे, आप उनका बिस्तर पंजाब भवन में देखेंगे और वहां पर सिद्धू साहब को आपको उस कमरे में देखेंगे और काम करते देखेंगे। थैंक यू। लंच करें। अच्छा, मेरी हुण सारिਆਂ ਨੂੰ गुजारिश है कि सारे वास्ते लंच तैयार है, सारे ने लंच करके जाना है, फिर आप गल्लां करते हैं। थैंक यू। सत श्री अकाल जी, मैं निर्मल मान पूरा डेट सेटलमेंट तो ये तुसी वीडियो देख रहे थे टीवी पंजाब के उत्ते। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ टीवी पंजाब के चैनल ਨੂੰ सब्सक्राइब करो ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ श्री अकाल।